ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਦੇ ਵਿੱਚ ਟੈਲੀਵਿਜ਼ਨ ਔਰ ਮੀਡੀਆ ਦੇ ਮਾਧਿਅਮ ਰਾਹੀਂ ਇਸ ਅਸਥਾਨ ਤੋਂ ਸਰਵਣ ਕਰਦੀਆਂ ਹੋ। ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਭਗਤ ਕਬੀਰ ਜੀਓ ਕੇ ਇਕ ਓੰਕਾਰ ਸਤ ਗੁਰ ਪ੍ਰਸਾਦ। ਕਬੀਰ ਲਾਗੀ ਪ੍ਰੀਤ ਸੁਜਾਨ ਸਿਓ ਬਰਜੈ ਲੋਗ ਅਜਾਨ। ਤਾਸਿਓ ਟੂਟੀ ਕਿਉ ਬਨੈ ਜਾ ਕੇ ਜੀਅ ਪ੍ਰਾਨ। ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਭਾਈ ਸਾਹਿਬ ਹੋਰਾਂ ਪਾਸੋਂ ਬੜੇ ਅਦਬ ਔਰ ਸਤਿਕਾਰ ਦੇ ਨਾਲ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸ਼ਲੋਕ ਭਗਤ ਕਬੀਰ ਜੀਓ ਕੇ ਸਰਲੇਖ ਹੇਠ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1376 ਦੇ ਉੱਪਰ ਸੁਭਾਇਮਾਨ ਹੈ। ਇਹਦੇ ਤੋਂ ਪਹਿਲਾਂ 216 ਸ਼ਲੋਕਾਂ ਤੱਕ ਦੀ ਵਿਚਾਰ ਆਪ ਸੰਗਤਾਂ ਕੱਲ ਦੇ ਦੀਵਾਨਾਂ ਤੱਕ ਸਰਵਣ ਕਰ ਚੁੱਕੀਆਂ ਹੋ ਔਰ ਅਗਲੇਰੇ 3 ਸ਼ਲੋਕਾਂ ਦਾ ਪਾਠ ਆਪ ਸੰਗਤ ਨੇ ਹੁਣ ਸਰਵਣ ਕੀਤਾ ਹੈ। ਭਗਤ ਜੀ ਨੇ ਸਭ ਤੋਂ ਪਹਿਲੇ ਸ਼ਲੋਕ ਵਿੱਚ ਜ਼ਿਕਰ ਕੀਤਾ ਜੋ ਅੱਜ ਉਪਦੇਸ਼ ਵਜੋਂ ਆਪਾਂ ਨੂੰ ਬਖਸ਼ਿਸ਼ ਕੀਤੇ ਨੇ। ਉਹਨਾਂ ਦੇ ਵਿੱਚ ਪਿਆਰ ਦੀ ਗੱਲ ਕੀਤੀ, ਜਿਹੜਾ ਹਿਰਦੇ ਦੇ ਵਿੱਚ ਰੱਬੀ ਪ੍ਰੇਮ ਦਾ ਲੱਗ ਜਾਣਾ, ਹਿਰਦੇ ਦੇ ਅੰਦਰ ਪ੍ਰਭੂ ਪਰਮਾਤਮਾ ਦੇ ਪ੍ਰਤੀ ਪ੍ਰੀਤ ਦਾ ਪੈਦਾ ਹੋ ਜਾਣਾ। ਤੇ ਭਗਤ ਜੀ ਨੇ ਜ਼ਿਕਰ ਕੀਤਾ, ਕਹਿੰਦੇ ਕਬੀਰ ਲਾਗੀ ਪ੍ਰੀਤ, ਪ੍ਰੀਤ ਲੱਗ ਗਈ ਕਿਹਦੇ ਨਾਲ? ਸੁਜਾਨ ਸਿਓ, ਜਿਹੜਾ ਬਹੁਤ ਸਿਆਣਾ ਸੂਝਵਾਨ, ਮਤਲਬ ਅਕਾਲ ਪੁਰਖ, ਉਹਦੇ ਨਾਲ ਕਹਿੰਦੇ ਪ੍ਰੀਤ ਮੇਰੀ ਲੱਗ ਗਈ, ਪਿਆਰ ਲੱਗ ਗਿਆ ਉਹਦੇ ਨਾਲ।
ਪਰ ਲੋਕ ਜਿਹੜੇ ਨੇ ਨਾ, ਉਹਨਾਂ ਨੂੰ ਇਹ ਪ੍ਰੀਤ, ਇਹ ਪਿਆਰ ਜਿਹੜਾ ਉਹ ਰਾਸ ਨਹੀਂ ਆਇਆ। ਵਰਜੈ ਲੋਕ ਅਜਾਨ। ਹੁਣ ਜਿਹੜੇ ਲੋਕ ਨੇ, ਲੋਕਾਈ ਹੈ, ਉਹ ਵਰਜ ਰਹੀ ਹੈ, ਉਹ ਰੋਕ ਰਹੀ ਹੈ ਵੀ ਤੂੰ ਕੀ ਕਰੀ ਜਾਂਦਾ। ਸਮਾਜ ਸੰਸਾਰਕ ਤੌਰ ਤੇ ਆਪਾਂ ਕੋਈ ਕਾਰਜ ਕਰੀਏ ਨਾ, ਤੇ ਹੋ ਸਕਦਾ ਸਮਾਜ ਹੱਲਾਸ਼ੇਰੀ ਦੇਵੇ ਵੀ ਭਾਈ ਕਰ ਲਾ। ਜਦੋਂ ਸਮਾਜ ਵਿੱਚ ਰਹਿੰਦਿਆਂ ਹੋਇਆਂ ਨਾ, ਸੰਸਾਰ 'ਚ ਰਹਿੰਦਿਆਂ ਹੋਇਆਂ, ਤੇ ਆਪਾਂ ਸਮਾਜ ਵਿਚਲੇ ਕਰਮਾਂ ਨੂੰ ਛੱਡ ਕੇ ਉਹਦੇ ਤੋਂ ਕੁਝ ਅਲੱਗ ਕਰਨ ਦੀ ਕੋਸ਼ਿਸ਼ ਕਰੀਏ, ਯਤਨ ਕਰੀਏ, ਫਿਰ ਸਮਾਜ ਰੋਕਦਾ ਹੈ, ਵਰਜਦਾ ਹੈ ਵੀ ਨਾ ਕਰ, ਇਹ ਠੀਕ ਨਹੀਂ ਹੈ ਤੇਰੇ ਵਾਸਤੇ। ਤੇ ਭਗਤ ਜੀ ਕਹਿੰਦੇ ਵੀ ਹੁਣ ਜੇ ਤੇ ਸਮਾਜ ਦੀ ਗੱਲ ਕਰਾਂਗਾ ਤੇ ਸਮਾਜ ਵਿਚਲੇ ਜਿੰਨੇ ਲੋਕ ਨੇ ਉਹ ਸਾਰੇ ਮਾਇਕ ਪਦਾਰਥਾਂ ਵਿੱਚ ਗਰਸੇ ਪਏ ਨੇ, ਸਾਰੇ ਦੇ ਸਾਰੇ। ਹੁਣ ਉਹਨਾਂ ਦੇ ਵਿੱਚੋਂ ਉੱਠ ਕੇ ਜਿਹੜੇ ਮਾਇਕ ਪਦਾਰਥਾਂ 'ਚ ਗਰਸੇ ਹੋਏ ਲੋਕ ਨੇ, ਜਿਹੜੇ ਵਿਕਾਰਾਂ ਵਿੱਚ ਜ਼ਿੰਦਗੀ ਲੰਘਾਉਣ ਵਾਲੇ, ਜਿਨ੍ਹਾਂ ਨੇ ਕਦੇ ਇਸ ਗੱਲ ਦਾ ਖਿਆਲ ਹੀ ਨਹੀਂ ਕੀਤਾ ਵੀ ਕਿਹੜੀ ਚੀਜ਼ ਸਾਡੇ ਲਾਹੇ ਦੀ ਹੈ, ਕਿਹੜੀ ਚੀਜ਼ ਸਾਡੇ ਨੁਕਸਾਨ ਦੀ ਹੈ, ਕਿਹੜਾ ਕੰਮ ਸਾਡੇ ਲਾਹੇ ਦਾ ਹੈ, ਕਿਹੜਾ ਕਰਮ ਸਾਡੇ ਲਾਸ ਵਾਸਤੇ, ਸਾਡੀ ਹਾਨੀ ਵਾਸਤੇ, ਉਹਨਾਂ ਨੇ ਕਦੇ ਨੋਟ ਹੀ ਨਹੀਂ ਕੀਤਾ, ਇਸ ਗੱਲ ਨੂੰ ਕਦੇ ਵਿਚਾਰਿਆ ਹੀ ਨਹੀਂ। ਉਹਨਾਂ ਵਿੱਚੋਂ ਨਿਕਲ ਕੇ ਹੁਣ ਮੈਂ ਜਦੋਂ ਸੁਜਾਨ ਅਕਾਲ ਪੁਰਖ ਵਾਲੇ ਪਾਸੇ ਤੁਰਿਆ, ਪ੍ਰਭੂ ਪਰਮਾਤਮਾ ਵਾਲੇ ਪਾਸੇ ਤੁਰਿਆ, ਲੋਕਾਂ ਨੇ ਤੇ ਮੈਨੂੰ ਰੋਕਣਾ ਸ਼ੁਰੂ ਕਰ ਲਿਆ। ਸੰਸਾਰ ਦੇ ਲੋਕਾਂ ਨੇ ਮੈਨੂੰ ਵਰਜਣਾ ਸ਼ੁਰੂ ਕਰਤਾ ਵੀ ਤੂੰ ਕੀ ਕਰੀ ਜਾਂਦਾ। ਔਰ ਸੰਸਾਰ ਦੇ ਲੋਕਾਂ ਨੂੰ ਇਸ ਗੱਲ ਤੋਂ ਇਹ ਗੁਰੇਜ਼ ਸੀ। ਭਗਤ ਕਬੀਰ ਸਾਹਿਬ ਜੀ ਨੂੰ ਭਗਤੀ ਤੋਂ ਰੋਕਣ ਦੇ ਕਈ ਕਾਰਨ ਸਨ। ਜਿਨ੍ਹਾਂ ਦੇ ਵਿੱਚ ਸਭ ਤੋਂ ਵੱਡਾ ਕਾਰਨ ਤੇ ਇਹ ਸੀ ਵੀ ਭਗਤ ਕਬੀਰ ਸਾਹਿਬ ਸੰਸਾਰਕ ਤੌਰ ਉੱਤੇ ਪਏ ਹੋਏ ਵਿਤਕਰਿਆਂ ਦੇ ਵਿੱਚੋਂ, ਵੰਡੀਆਂ ਦੇ ਵਿੱਚੋਂ, ਜੋ ਸੰਸਾਰਕ ਤੌਰ ਤੇ ਵਿਤਕਰੇ ਸਨ, ਉਹਨਾਂ ਦੇ ਵਿੱਚੋਂ ਸਭ ਤੋਂ ਨੀਵੀਂ ਜਾਤੀ ਦੇ ਮਾਲਕ ਨੇ। ਇੱਕ ਕਾਰਨ ਤੇ ਇਹ ਹੈ, ਜਿਸ ਕਰਕੇ ਭਗਤ ਕਬੀਰ ਸਾਹਿਬ ਨੂੰ ਭਗਤੀ ਕਰਨ ਦਾ ਹੱਕ ਨਹੀਂ ਸੀ, ਪਰ ਉਹਨਾਂ ਫਿਰ ਵੀ ਕੀਤੀ, ਕਿਉਂਕਿ ਰੱਬ ਆਪਣੀ ਭਗਤੀ ਕਰਨ ਤੋਂ ਕਿਸੇ ਨੂੰ ਵਰਜਦਾ ਨਹੀਂ, ਰੋਕਦਾ ਨਹੀਂ, ਉਹਨਾਂ ਕੀਤੀ। ਹੁਣ ਜਿਹੜੇ ਉੱਚ ਜਾਤੀ ਦੇ ਲੋਕ ਸਨ, ਉਹਨਾਂ ਨੂੰ ਇਸ ਗੱਲ ਤੋਂ ਬੜੀ ਵੱਡੀ ਕਹਿ ਲਈਏ ਵੀ ਮੁਸ਼ਕਲ ਹੈ, ਤੇ ਬੜੀ ਵੱਡੀ ਪ੍ਰੋਬਲਮ ਵੀ ਕਹਿ ਸਕਦੇ ਹਾਂ, ਚਿੰਤਾ ਵੀ ਹੈ ਵੀ ਇੱਕ ਤੇ ਇਹ ਨੀਵੀਂ ਜਾਤੀ ਦਾ ਹੈ, ਦੂਜਾ ਇਹ ਸਾਡੇ ਬਣਾਏ ਹੋਏ ਨਿਯਮਾਂ ਨੂੰ ਤੋੜੀ ਜਾਂਦਾ ਹੈ। ਵੀ ਅਸੀਂ ਜਿਹੜੇ ਨਿਯਮ ਬਣਾਏ ਜਾਂ ਅਸੀਂ ਜਿਹੜੇ ਕਾਨੂੰਨ ਬਣਾਏ ਨੇ ਸਮਾਜ ਵਿੱਚ, ਸਮਾਜ ਨੂੰ ਵੱਖਰਾ ਵੱਖਰਾ ਕਰਨ ਦੇ ਵਾਸਤੇ, ਤੇ ਇਹ ਸਾਰੇ ਦੇ ਸਾਰੇ ਨਿਯਮ ਤੋੜੀ ਜਾਂਦਾ ਹੈ। ਇਹ ਵੀ ਇੱਕ ਚਿੰਤਾ ਵੀ ਇਹਨੂੰ ਵਰਜਣਾ ਭਾਈ ਭਗਤੀ ਕਰਨ ਤੋਂ, ਇਹ ਵੀ ਇੱਕ ਕਾਰਨ ਹੈ। ਔਰ ਜਦੋਂ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਨਾ, ਤੇ ਭਗਤ ਕਬੀਰ ਸਾਹਿਬ ਦੀ ਬਾਣੀ ਵਿੱਚੋਂ ਵੀ ਇਸ ਗੱਲ ਦੀ ਜਿਹੜੀ ਝਲਕ ਹੈ ਉਹ ਆਪਾਂ ਨੂੰ ਪੈਂਦੀ ਹੈ ਵੀ ਜਦੋਂ ਭਗਤ ਕਬੀਰ ਸਾਹਿਬ ਜੀ ਰੱਬੀ ਭਗਤੀ ਵਿੱਚ ਜੁੜਦੇ ਨੇ, ਰੱਬੀ ਚਿੰਤਨ ਵਿੱਚ ਜੁੜਦੇ ਨੇ, ਤੇ ਰੱਬੀ ਚਿੰਤਨ ਵਿੱਚ ਜੁੜਨ ਦੇ ਨਾਲ ਮਾਇਕ ਪਦਾਰਥਾਂ ਤੋਂ ਤੇ ਮਾਇਆ ਵਾਲੀਆਂ ਵਸਤੂਆਂ ਤੋਂ ਕਹਿ ਲਓ, ਜਾਂ ਮਾਇਆ ਵਾਲੇ ਪਾਸੇ ਤੋਂ ਭਗਤ ਕਬੀਰ ਸਾਹਿਬ ਉਪਰਾਮ ਹੋ ਗਏ। ਹੁਣ ਬਹੁਤੀ ਜ਼ਿਆਦਾ ਮਾਇਆ ਦੀ ਕੋਈ ਚਿੰਤਾ ਨਹੀਂ। ਜਿਵੇਂ ਆਪਾਂ ਆਪਣੀ ਗੱਲ ਕਰ ਲਈਏ ਤੇ ਸਾਨੂੰ ਹਰ ਵਕਤ ਇਹੀ ਚਿੰਤਾ ਬਣੀ ਰਹਿੰਦੀ ਨਾ ਵੀ ਮਾਇਆ ਕਿੱਧਰੋਂ ਆਵੇ ਤੇ ਕਿੱਧਰ ਨੂੰ ਅਸੀਂ ਲੈ ਕੇ ਜਾਣੀ ਹੈ, ਕਿੱਧਰੋਂ ਸਾਨੂੰ ਪ੍ਰੋਫਿਟ ਹਾਸਲ ਹੋਏਗਾ, ਕਿੰਨੀ ਕੁ ਮੈਂ ਜੋੜ ਸਕਦਾ, ਇਹਨਾਂ ਚੀਜ਼ਾਂ ਵਿੱਚ ਅਸੀਂ ਫਸੇ ਪਏ ਹਾਂ। ਤੇ ਭਗਤ ਕਬੀਰ ਸਾਹਿਬ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਗਏ, ਕਿਉਂਕਿ ਜਿਹੜਾ ਉਹ ਆਪਣੇ ਹੱਥੀਂ ਕਿਰਤ ਕਰਦੇ ਨੇ ਨਾ, ਹੁਣ ਉਹ ਜਦੋਂ ਵੀ ਕੋਈ ਇਨਸਾਨ ਕਿਰਤ ਕਰਦਾ ਉਹ ਇਸ ਕਰਕੇ ਹੀ ਕਰਦਾ ਵੀ ਵੱਧ ਤੋਂ ਵੱਧ ਪ੍ਰੋਫਿਟ ਕਮਾਵਾਂ, ਵੱਧ ਤੋਂ ਵੱਧ ਲਾਭ ਮੈਨੂੰ ਮਿਲੇ, ਬੰਦਾ ਇਸ ਕਰਕੇ ਕਿਰਤ ਕਰਦਾ। ਪਰ ਭਗਤ ਕਬੀਰ ਸਾਹਿਬ ਜਿਹੜੀ ਕਿਰਤ ਕਰਦੇ ਉਹਨਾਂ ਨੇ ਕਦੇ ਸੋਚ ਕੇ ਨਹੀਂ ਕੀਤੀ ਵੀ ਮੈਨੂੰ ਲਾਭ ਹੋਵੇ, ਉਨੀ ਕੁ ਕਰ ਲੈਣੀ ਜਿੰਨਾ ਕੁ ਗੁਜ਼ਾਰਾ ਚੱਲ ਜਾਣਾ,
ਜੇ ਕਿਸੇ ਲੋੜਵੰਦ ਨੇ ਆ ਜਾਣਾ ਤੇ ਬਿਨਾਂ ਧਨ ਲਏ ਵੀ ਉਹਨਾਂ ਉਹਦੀ ਸਹਾਇਤਾ ਕਰ ਦੇਣੀ ਵੀ ਲੈ ਭਾਈ, ਜੇ ਤੈਨੂੰ ਬਿਸਤਰ ਚਾਹੀਦਾ ਤੇ ਮੈਂ ਤੈਨੂੰ ਬਣਾ ਦਿੰਨਾ, ਜੇ ਤੈਨੂੰ ਦਰੀ ਚਾਹੀਦੀ ਤੇ ਤੈਨੂੰ ਮੈਂ ਤਾਂ ਬਣਾ ਦਿੰਨਾ, ਜੇ ਤੈਨੂੰ ਉੱਪਰ ਲੈਣ ਵਾਸਤੇ ਖੀਂਦਾ ਖੇਸ ਚਾਹੀਦਾ ਤੈਨੂੰ ਬਣਾ ਦਿੰਨਾ, ਵੀ ਤੂੰ ਲੈ ਕੇ ਜਾ, ਮੈਂ ਤੇਰੇ ਕੋਲੋਂ ਨਾ ਧਨ ਮੰਗਦਾ ਨਾ ਤੇਰੇ ਕੋਲੋਂ ਦੌਲਤ ਮੰਗਦਾ, ਤੂੰ ਆਪਣੀ ਲੋੜ ਪੂਰੀ ਕਰ। ਹੁਣ ਇਹਦੇ ਕਰਕੇ ਮਾਇਕ ਪਦਾਰਥਾਂ ਵਾਲੇ ਪਾਸੇ ਤੋਂ ਜਦੋਂ ਉਪਰਾਮ ਹੋਏ, ਥੋੜਾ ਜਿਹਾ ਪਰਿਵਾਰ ਨੇ ਵੀ ਇਤਰਾਜ਼ ਜਤਾਇਆ ਵੀ ਇਹ ਤੇ ਇਦਾਂ ਤੇ ਘਰ ਦਾ ਗੁਜ਼ਾਰਾ ਨਹੀਂ ਚੱਲਣਾ, ਵੀ ਜੇ ਇਹ ਇਸੇ ਤਰ੍ਹਾਂ ਦੀ ਸੋਚ ਲੈ ਕੇ ਬੈਠਾ ਰਿਹਾ ਤੇ ਘਰ ਦਾ ਗੁਜ਼ਾਰਾ ਕਿੱਦਾਂ ਚੱਲੇਗਾ, ਆਪਣੇ ਬੱਚਿਆਂ ਨੂੰ ਕਿੱਦਾਂ ਪਾਲੇਗਾ, ਆਪਣੀ ਘਰਵਾਲੀ ਦੀ ਸੰਭਾਲ ਕਿੱਦਾਂ ਕਰੇਗਾ, ਕੱਲ ਨੂੰ ਸਾਡੀ ਵੀ ਪਰਵਰਿਸ਼ ਸਾਨੂੰ ਵੀ ਸੰਭਾਲਣਾ, ਇਹ ਸਾਨੂੰ ਕਿੱਦਾਂ ਸਾਂਭੇਗਾ। ਉਹਦੇ ਕਰਕੇ ਕਈ ਤਰ੍ਹਾਂ ਦੀਆਂ ਚਿੰਤਾਵਾਂ ਜਿਹੜੀਆਂ ਉਹ ਉੱਠ ਖੜੋਤੀਆਂ ਤੇ ਲੋਕਾਂ ਨੇ ਕੀ ਕਰਨਾ ਸ਼ੁਰੂ ਕਰ ਲਿਆ, ਲੋਕਾਂ ਨੇ ਵਰਜਣਾ ਸ਼ੁਰੂ ਕਰਤਾ। ਇੱਕ ਭਗਤ ਕਬੀਰ ਸਾਹਿਬ ਜੀ ਦਾ ਹੀ ਪਾਵਨ ਬਚਨ ਹੈ ਨਾ, ਜਿੱਥੇ ਭਗਤ ਕਬੀਰ ਸਾਹਿਬ ਨੇ ਇਹ ਆਖਿਆ ਸੀ ਵੀ ਲੋਕ ਕਹੇ ਕਬੀਰ ਬੌਰਾਨਾ, ਜਾਂ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਸੀ ਸੰਤਾਂ ਸੰਗ ਕਬੀਰਾ ਬਿਗੜਿਓ। ਲੋਕ ਇਹ ਕਹਿ ਰਹੇ ਨੇ ਵੀ ਕਬੀਰ ਬੌਰਾ ਹੋ ਗਿਆ ਤੇ ਕਬੀਰ ਜਿਹੜਾ ਉਹ ਰੱਬ ਦੇ ਪਿਆਰਿਆਂ ਨਾਲ ਬਹਿ ਬਹਿ ਕੇ ਨਾ, ਰੱਬ ਦੇ ਪਿਆਰਿਆਂ ਦਾ ਸੰਗ ਕਰ ਕਰਕੇ ਵਿਗੜ ਗਿਆ। ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰਤਾ। ਹੁਣ ਜਦੋਂ ਲੋਕ ਇਹ ਕਹਿ ਰਹੇ ਨੇ ਤੇ ਭਗਤ ਕਬੀਰ ਸਾਹਿਬ ਕਹਿੰਦੇ ਹੁਣ ਲੋਕਾਂ ਨੂੰ ਕੌਣ ਦੱਸੇ ਵੀ ਕਬੀਰ ਕਾ ਮਰਮ ਰਾਮ ਪਹਿਚਾਨਾ। ਭਾਈ ਕਬੀਰ ਨੇ ਰੱਬ ਦੀ ਪਹਿਚਾਨ ਕੀਤੀ ਹੈ, ਰੱਬ ਨੂੰ ਹਾਸਲ ਕੀਤਾ ਹੈ। ਤੇ ਜੇ ਭਗਤ ਕਬੀਰ ਸਾਹਿਬ ਕਹਿੰਦੇ ਵੀ ਤੁਸੀਂ ਇਹ ਕਹਿੰਦੇ ਹੋ ਮੈਂ ਰੱਬ ਦੇ ਪਿਆਰਿਆਂ ਨਾਲ ਬੈਠ ਬੈਠ ਕੇ ਵਿਗੜ ਗਿਆ, ਤੇ ਕਦੇ ਮੇਰੇ ਤੋਂ ਵੀ ਪੁੱਛ ਕੇ ਵੇਖੋ, ਸੋ ਕਬੀਰਾ ਰਾਮੈ ਹੋਏ ਨਿਬਰਿਓ। ਉਹ ਕਬੀਰ ਰੱਬ ਦਾ ਪਿਆਰਾ ਰੱਬੀ ਰੂਪ ਹੀ ਬਣ ਗਿਆ, ਤੁਸੀਂ ਮੈਨੂੰ ਵਿਗੜਿਆ ਕਹੀ ਜਾਂਦੇ ਹੋ। ਹੁਣ ਲੋਕਾਂ ਨੇ ਵਰਜਣਾ ਸ਼ੁਰੂ ਕੀਤਾ, ਕਿਉਂਕਿ ਜਦੋਂ ਵੀ ਆਪਾਂ ਕੋਈ ਚੰਗਾ ਕੰਮ ਕਰਦੇ ਆ ਨਾ, ਤੇ ਚੰਗਾ ਕੰਮ ਕਰਨ ਦੇ ਲੱਗਿਆਂ ਸਾਨੂੰ ਹੱਲਾਸ਼ੇਰੀ ਘੱਟ ਦਿੰਦੇ ਨੇ, ਸਾਨੂੰ ਖਿੱਚਣ ਵਾਲੇ ਬਹੁਤੇ ਨੇ। ਇਸ ਗੱਲ ਨੂੰ ਕਦੇ ਵੀ ਖਿਆਲ ਕਰਕੇ ਵੇਖਿਓ, ਜਦੋਂ ਵੀ ਆਪਾਂ ਕੋਈ ਚੰਗਾ ਕਰਮ ਕਰਨ ਲੱਗਾ, ਮੈਂ ਇਸੇ ਕਰਕੇ ਆਪ ਜੀ ਦੇ ਪਹਿਲੋਂ ਚਰਨਾਂ 'ਚ ਬੇਨਤੀ ਕੀਤੀ, ਜਦੋਂ ਸਮਾਜ ਤੋਂ ਅਸੀਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਾਂਗੇ, ਮਤਲਬ ਸਾਡਾ ਸਮਾਜ, ਅਸੀਂ ਇਹ ਕਹਿ ਸਕਦੇ ਹਾਂ ਜਿਨ੍ਹਾਂ 'ਚ ਅਸੀਂ ਉੱਠਦੇ ਬਹਿੰਦੇ ਆ, ਜਿਹੜੇ ਸਾਡੇ ਮਿੱਤਰ ਨੇ ਜਾਂ ਜਿਨ੍ਹਾਂ ਨਾਲ ਸਾਡਾ ਮਿੱਤਰਤਾ ਭਰਿਆ ਸੰਬੰਧ ਹੈ, ਜਾਂ ਸਾਡੇ ਪਰਿਵਾਰ ਦੇ ਮੈਂਬਰ ਨੇ, ਪਰਿਵਾਰਕ ਰਿਸ਼ਤੇ ਨੇ, ਉਹਨਾਂ ਸਾਰਿਆਂ ਦੇ ਵਿੱਚੋਂ ਜਦੋਂ ਅਸੀਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਾਂਗੇ ਨਾ, ਤੇ ਹੋ ਸਕਦਾ ਹੈ ਉਹ ਪਰਿਵਾਰਕ ਮੈਂਬਰ, ਹੋ ਸਕਦਾ ਹੈ ਉਹ ਦੋਸਤ ਮਿੱਤਰ ਸਾਨੂੰ ਕਹਿਣ ਵੀ ਲੈ ਤੂੰ ਕੀ ਕਰਨ ਲੱਗਾ, ਛੱਡ ਇਹ ਕੰਮ ਅਜੇ ਤੇਰੇ ਕਰਨ ਵਾਲਾ ਨਹੀਂ। ਜਿਵੇਂ ਮੈਂ ਇੱਕ ਸੌਖਾ ਜਿਹਾ ਹੀ ਪੱਖ ਰੱਖਦੇ ਆ ਵੀ ਆਪਣੇ ਸਮਾਜ ਵਿੱਚ ਰਹਿੰਦਾ ਹੋਇਆ ਬੰਦਾ, ਆਪਣੇ ਪਰਿਵਾਰ ਦੇ ਵਿੱਚ ਰਹਿੰਦਾ ਹੋਇਆ ਇਨਸਾਨ, ਆਪਣੇ ਮਿੱਤਰਾਂ ਵਿੱਚ ਰਹਿੰਦਾ ਹੋਇਆ ਇਨਸਾਨ ਆਪਣਾ ਸਰੂਪ ਵੀ ਉਦਾਂ ਦਾ ਹੀ ਬਣਾ ਕੇ ਰੱਖਤਾ ਜਿੱਦਾਂ ਦਾ ਉਹਦੇ ਮਿੱਤਰਾਂ ਦਾ ਸਰੂਪ ਹੈ। ਇਦਾਂ ਦੀ ਕੋਸ਼ਿਸ਼ ਹੁੰਦੀ ਹੈ ਉਹਦੀ ਵੀ ਜਿਵੇਂ ਉਹ ਰਹਿੰਦੇ ਨੇ ਬਣ ਕੇ ਉਦਾਂ ਮੈਂ ਵੀ ਰਵਾਂ। ਤੇ ਉਹਨਾਂ ਦੇ ਵਿੱਚੋਂ ਇੱਕ ਬੜਾ ਵੱਡਾ ਇਹ ਵੀ ਕਾਰਨ ਆ ਜਾਂਦਾ ਵੀ ਇਨਸਾਨ ਆਪਣੇ ਮਿੱਤਰਾਂ ਨਾਲ ਵਹਿੰਦਾ ਹੋਇਆ ਨਾ, ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ, ਰੱਬ ਦੀਆਂ ਦਿੱਤੀਆਂ ਹੋਈਆਂ ਅਮਾਨਤਾਂ ਨਾਲ ਵੀ ਬੜੀ ਛੇੜਖਾਨੀ ਕਰਦਾ, ਜਿਵੇਂ ਰੋਮਾਂ ਦੀ ਬੇਅਦਬੀ ਕਰਨਾ, ਆਪਣੇ ਕੇਸਾਂ ਦਾ ਕਤਲ ਕਰਨਾ, ਇਹ ਵੀ ਕਰਨ ਲੱਗ ਜਾਂਦਾ। ਹੁਣ ਉਹ ਸਮਾਜ ਵਿੱਚ ਰਹਿ ਰਿਹਾ, ਉਹ ਜਿਹੜਾ ਸਮਾਜ ਹੈ ਉਹਦੇ ਤੋਂ ਬਹੁਤ ਖੁਸ਼ ਹੈ ਵੀ ਇਹ ਵੀ ਸਾਡੇ ਵਰਗਾ ਹੀ ਹੈ, ਚਲੋ ਕੋਈ ਗੱਲ ਨਹੀਂ। ਹੁਣ ਜਦੋਂ ਉਹਨੂੰ ਕਿਸੇ ਨੇ ਕਿਹਾ ਵੀ ਸੱਜਣਾ ਤੂੰ ਆਹ ਨਾ ਕਰ, ਤੇਰੇ ਲਈ ਭਲਾ ਨਹੀਂ ਹੈ, ਤੂੰ ਕੇਸਾਂ ਦਾ ਕਤਲ ਨਾ ਕਰਿਆ ਕਰ, ਰੋਮਾਂ ਦੀ ਬੇਅਦਬੀ ਨਾ ਕਰਿਆ ਕਰ, ਛੱਡ ਦੇ, ਉਹਨੇ ਛੱਡਤਾ, ਉਹਨੇ ਕੇਸਾਂ ਦੀ ਸੰਭਾਲ ਕਰਨੀ ਸ਼ੁਰੂ ਕਰ ਲਈ। ਹੁਣ ਸਮਾਜ ਤੋਂ ਵੱਖਰਾ ਹੋ ਗਿਆ, ਉਹ ਆਪਣੇ ਸਾਥੀਆਂ ਤੋਂ ਵੱਖਰਾ ਹੋ ਗਿਆ। ਉਹਦੇ ਸਾਥੀ ਕੇਸ ਕਤਲ ਕਰਾਉਣ ਜਾਂਦੇ ਨੇ, ਉਹ ਕੇਸ ਵੀ ਕਤਲ ਨਹੀਂ ਕਰਾਉਂਦਾ ਹੁਣ, ਤੇ ਉਹ ਸਗੋਂ ਉਹਨਾਂ ਨੂੰ ਜਾਂਦਿਆਂ ਨੂੰ ਵੀ ਰੋਕਦਾ, ਭਾਈ ਤੁਸੀਂ ਵੀ ਨਾ ਜਾਇਆ ਕਰੋ। ਹੁਣ ਉਹ ਪਤਾ ਕੀ ਕਹਿੰਦੇ, ਲੈ ਤੂੰ ਕਿਹੜੇ ਰਾਹ ਤੇ ਤੁਰ ਪਿਆ, ਇਹ ਕੰਮ ਅਜੇ ਤੇਰੇ ਕੋਈ ਕਰਨ ਵਾਲਾ, ਤੈਨੂੰ ਇਹ ਕਰਨਾ ਨਹੀਂ ਚਾਹੀਦਾ। ਉਹ ਵਰਜਦੇ ਨੇ, ਉਹਨਾਂ ਨੇ ਰੋਕਣਾ ਸ਼ੁਰੂ ਕਰ ਦੇਣਾ। ਤੇ ਕਈ ਵਾਰੀ ਬੰਦਾ ਫਿਰ ਉਹਨਾਂ ਦੀ ਵਿਚਾਰ ਸੁਣ ਕੇ ਵੀ ਕਹਿ ਦਿੰਦਾ ਵੀ ਆਹ ਗੱਲ ਤੇ ਇਹਨਾਂ ਦੀ ਵੀ ਠੀਕ ਹੈ, ਵੀ ਮੈਂ ਕੀ ਕਰਨਾ, ਅਜੇ ਸਾਰੀ ਜ਼ਿੰਦਗੀ ਪਈ ਹੈ, ਜਦੋਂ ਦਿਲ ਕਰੇਗਾ ਮੁੜ ਕੇ ਫਿਰ ਸੰਭਾਲ ਲਾਂਗੇ। ਇਹ ਤੇ ਰੱਬ ਨੇ ਸਾਨੂੰ ਆਪਣੀ ਚੀਜ਼ ਦਿੱਤੀ ਨਾ, ਆਪਣੀ ਵਸਤੂ ਦਿੱਤੀ ਹੈ। ਆਮ ਇਹ ਬਚਨ ਵਰਤੇ ਤੇ ਘਰ ਦੀ ਖੇਤੀ ਹੈ। ਤੇ ਸੱਜਣਾ ਇੰਨਾ ਕੁ ਖਿਆਲ ਰੱਖਿਆ ਕਰ ਵੀ ਜੇ ਤੇ ਤੂੰ ਹੁੰਦਾ ਜ਼ਿਆਦਾ ਸਿਆਣਾ ਰੱਬ ਦੇ ਨਾਲੋਂ, ਤੇ ਫਿਰ ਇੱਕ ਵਾਰੀ ਤੇਰੇ ਦੁਆਰਾ ਵੱਢੀ ਹੋਈ ਚੀਜ਼ ਦੁਬਾਰਾ ਆਉਣੀ ਨਹੀਂ ਸੀ ਚਾਹੀਦੀ। ਜੇ ਤੇ ਤੂੰ ਸਿਆਣਾ
ਤੇ ਜੇ ਤੂੰ ਇਹ ਮੰਨਦਾ ਵੀ ਰੱਬ ਸਿਆਣਾ ਹੈ, ਇਹਦਾ ਮਤਲਬ ਤੇਰੀ ਸਰੀਰ ਨੂੰ ਉਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਜਿਹੜੀ ਚੀਜ਼ ਰੱਬ ਨੇ ਤੈਨੂੰ ਦਿੱਤੀ ਹੈ। ਚਾਹੇ ਅਸੀਂ ਕੇਸਾਂ ਦੀ ਗੱਲ ਕਰ ਲਈਏ, ਚਾਹੇ ਰੋਮਾਂ ਦੀ ਗੱਲ ਕਰ ਲਈਏ, ਰੱਬ ਨੇ ਜਿਹੜੀ ਚੀਜ਼ ਦਿੱਤੀ ਹੈ ਉਹਦੀ ਜ਼ਰੂਰਤ ਹੈ। ਕਿਤੇ ਨਾ ਕਿਤੇ ਸਾਡੀ ਬਾਡੀ ਨੂੰ, ਸਾਡੇ ਸਰੀਰ ਨੂੰ ਉਹਦੀ ਲੋੜ ਹੈ। ਜੇ ਲੋੜ ਨਾ ਹੁੰਦੀ, ਇੱਕ ਵਾਰੀ ਕਤਲ ਕਰਾਇਆ ਤੇ ਨਾ ਦੁਬਾਰਾ ਆਉਂਦੇ, ਕੇਸ ਇੱਕ ਵਾਰੀ ਕਟਵਾ ਦਿੱਤੇ ਤੇ ਮੁੜ ਕੇ ਦੁਬਾਰਾ ਨਾ ਆਉਂਦੇ ਭਾਈ। ਪਰ ਲੋੜ ਹੈ, ਅਸੀਂ ਕਟਵਾਉਨੇ ਆ, ਉਦੋਂ ਵੱਧ ਬੜੀ ਤੇਜ਼ੀ ਨਾਲ ਹੋਰ ਵੱਧਦੇ ਨੇ ਉਹ। ਇਹਦਾ ਮਤਲਬ ਲੋੜ ਹੈ ਕਿਤੇ ਨਾ ਕਿਤੇ ਸਾਡੇ ਸਰੀਰ ਨੂੰ। ਪਰ ਲੋਕਾਂ ਨੇ ਕੀ ਕਰਨਾ? ਵਰਜਣਾ ਸ਼ੁਰੂ ਕਰ ਦੇਣਾ। ਤੇ ਭਗਤ ਜੀ ਨੇ ਨਾ ਇਸ ਕਰਕੇ ਆਖਿਆ, ਕਹਿੰਦੇ ਮੈਂ ਜਦੋਂ ਰੱਬ ਨਾਲ ਪ੍ਰੀਤ ਜੋੜੀ ਨਾ, ਹੁਣ ਸਮਾਜ ਤੋਂ ਵੱਖਰਾ ਕੰਮ ਕੀਤਾ। ਸਮਾਜ ਜਿਹੜਾ ਸੀ ਉਹਨੇ ਮਾਇਕ ਪਦਾਰਥਾਂ 'ਚ ਆਪਣੀ ਸੁਰਤ ਜੋੜੀ। ਕਹਿੰਦੇ ਮੈਂ ਮਾਇਕ ਪਦਾਰਥ ਛੱਡ ਕੇ ਰੱਬ ਨਾਲ ਪ੍ਰੀਤ ਜੋੜ ਲਈ। ਜਦੋਂ ਰੱਬ ਨਾਲ ਪ੍ਰੀਤ ਜੋੜੀ, ਲੋਕਾਂ ਨੇ ਰੋਕਣਾ ਸ਼ੁਰੂ ਕਰਤਾ, ਲੈ ਤੂੰ ਵੱਡਾ ਭਗਤ ਬਣਿਆ, ਉਹ ਜੇ ਸਾਰੀ ਜ਼ਿੰਦਗੀ ਪਈ ਭਗਤੀ ਕਰਨ ਨੂੰ, ਤੂੰ ਹੁਣੇ ਰੱਬ ਨੂੰ ਚੇਤੇ ਕਰਕੇ ਕੀ ਕਰਨਾ? ਜਦੋਂ ਬੁਢੇਪਾ ਆਏਗਾ ਉਦੋਂ ਰੱਬ ਨੂੰ ਚੇਤਾ ਕਰ ਲਈ। ਭਗਤ ਕਬੀਰ ਸਾਹਿਬ ਕਹਿੰਦੇ ਲੋਕਾਂ ਨੇ ਤੇ ਬੜਾ ਜ਼ੋਰ ਲਾਇਆ ਮੈਨੂੰ ਵਰਜਣ ਦਾ, ਪਰ ਫਿਰ ਮੈਂ ਸਮਝਿਆ, ਆਪਣੇ ਮਨ ਨਾਲ ਮੈਂ ਵਿਚਾਰ ਕੀਤੀ ਤੇ ਵਿਚਾਰ ਇਹ ਕੀਤੀ ਵੀ ਤਾਸਿਓਂ ਟੂਟੀ ਕਿਉਂ ਬਣੇ। ਵੀ ਜੇ ਮੈਂ ਅੱਜ ਲੋਕਾਂ ਦੇ ਕਿਉਂ ਰੁਕ ਗਿਆ, ਰੱਬ ਨਾਲੋਂ ਪ੍ਰੀਤ ਤੋੜ ਲਈ, ਫਿਰ ਉਹਦੇ ਨਾਲ ਟੁੱਟ ਕੇ ਦੁਬਾਰਾ ਬਣ ਜੇਗੀ। ਤਾਸਿਓਂ ਟੂਟੀ ਕਿਉਂ ਬਣੇ, ਉਹਦੇ ਨਾਲ ਟੁੱਟ ਕੇ ਮੁੜ ਕੇ ਕਿੱਦਾਂ ਬਣੇਗੀ? ਦੁਬਾਰਾ ਕਿਵੇਂ ਉਹਦੇ ਨਾਲ ਪ੍ਰੀਤ ਜੁੜੇਗੀ? ਜਾ ਕੇ ਜੀ ਪ੍ਰਾਣ, ਉਹਨੇ ਜੀ ਦਿੱਤਾ, ਜਿੰਦ ਦਿੱਤੀ, ਉਹਨੇ ਪ੍ਰਾਣ ਦਿੱਤੇ। ਇਹ ਕਹਿੰਦੇ ਵੀ ਬਜ਼ੁਰਗੀ 'ਚ ਜਾ ਕੇ ਰੱਬ ਨੂੰ ਚੇਤਾ ਕਰ ਲਈ। ਕੀ ਪਤਾ ਜਿੰਨੇ ਜਿੰਦ ਤੇ ਪ੍ਰਾਣ ਦਿੱਤੇ ਪਹਿਲਾਂ ਹੀ ਖਿੱਚ ਲਏ, ਬਜ਼ੁਰਗੀ ਆਉਣ ਹੀ ਨਾ ਦਵੇ। ਹੋ ਸਕਦਾ ਇਹਦੇ 'ਚ ਕੋਈ ਦੋ ਰਾਵਾ ਨਹੀਂ, ਜਾਂ ਤੇ ਪੱਕਾ ਦਾਵਾ ਹੋਵੇ ਨਾ, ਪੱਕਾ ਪਤਾ ਹੋਵੇ ਵੀ ਹਾਂ ਭਾਈ ਸਾਡਾ ਜਿਹੜਾ ਸਰੀਰ ਹੈ ਨਾ, ਜਾਂ ਸਾਡੀ ਜਿਹੜੀ ਉਮਰ ਹੈ ਇਹ ਬਹੁਤ ਲੰਮੀ ਹੈ, ਤੇ ਅਸੀਂ ਆਪਣੀ ਉਮਰ ਲੰਬੀ ਹੋਣ ਕਰਕੇ ਤੇ ਜਦੋਂ ਨਜ਼ਦੀਕ ਜੇ ਪਹੁੰਚ ਜਾਾਂਗੇ ਮੌਤ ਦੇ, ਉਦੋਂ ਅਸੀਂ ਰੱਬ ਨੂੰ ਚੇਤੇ ਕਰ ਲਾਂਗੇ। ਉਦੋਂ ਤੇ ਆਪਾਂ ਕਹਿ ਸਕਦੇ ਆ ਵੀ ਚਲੋ ਅਜੇ ਪਈ ਹੈ ਜ਼ਿੰਦਗੀ, ਰੱਬ ਨੂੰ ਚੇਤਾ ਕਰ। ਪਤਾ ਇੱਥੇ ਇੱਕ ਸਾਹ ਦਾ ਨਹੀਂ, ਪਤਾ ਇੱਥੇ ਇੱਕ ਸਵਾਸ ਦਾ ਵੀ ਨਹੀਂ, ਤੇ ਆਸ ਕਾਦੀ ਲਾ ਕੇ ਬੈਠੇ ਆ ਬਜ਼ੁਰਗੀ ਤੱਕ ਪਹੁੰਚਣ ਦੀ। ਇੱਕ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਬਚਨ ਪੜ੍ਹਦੇ ਆ ਨਾ, ਜਿੱਥੇ ਮਾਲਕ ਕਹਿੰਦੇ ਵੀ ਉਹ ਅਕਾਲ ਪੁਰਖ ਤੇ ਐਸਾ ਹੈ, ਹਰੀ ਨਾਹੀ ਡਡਰੀ ਪੱਕੀ ਵੱਢਣ ਹਾਰ। ਉਹ ਤੇ ਉਹਦੀ ਮਰਜ਼ੀ ਹੈ, ਉਹਨੇ ਹਰੀ ਵੱਢ ਲੈਣੀ, ਡਡਰੀ ਵੱਢਣੀ ਕਿ ਉਹਨੇ ਪੱਕੀ ਵੱਢਣੀ ਹੈ। ਕੀ ਪਤਾ ਉਹ ਬਚਪਨ ਵਿੱਚ ਹੀ ਲੈ ਜੇ, ਤੇ ਕੀ ਪਤਾ ਉਹ ਬਚਪਨ ਤੋਂ ਜੇ ਜਵਾਨੀ ਵਿੱਚ ਕਦਮ ਰੱਖਿਆ ਹੋਵੇ ਤੇ ਉਦੋਂ ਲੈ ਜੇ। ਚੰਗੀ ਗੱਲ ਹੈ ਵੀ ਅਸੀਂ ਬਜ਼ੁਰਗੀ ਤੱਕ ਪਹੁੰਚੇ। ਉਹ ਬਜ਼ੁਰਗੀ ਵਿੱਚ ਤੇ ਹੁਣ ਉਹਨੇ ਲੈ ਹੀ ਜਾਣਾ। ਦਾਵਾ ਤੇ ਕਿਸੇ ਚੀਜ਼ ਦਾ ਨਹੀਂ ਹੈ ਨਾ। ਲੋਕਾਂ ਨੇ ਵਰਜਣਾ ਸ਼ੁਰੂ ਕਰਤਾ। ਇਹੋ ਕਾਰਨ ਸੀ ਸਤਿਗੁਰੂ ਨੇ ਬਾਣੀ 'ਚ ਇੱਕ ਪਾਵਨ ਬਚਨ ਦਿੱਤਾ, ਕਹਿੰਦੇ ਰੱਬ ਜੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਮੈਂ ਨਾ ਆਪਣਾ ਸੱਚਾ ਪਿਆਰ, ਆਪਣੀ ਪ੍ਰੀਤ ਤੇਰੇ ਨਾਲ ਜੋੜ ਲਈ, ਤੇ ਹੁਣ ਜਦੋਂ ਤੇਰੇ ਨਾਲ ਜੋੜੀ, ਲੋਕਾਂ ਨੇ ਤੇ ਰੋਕਣਾ ਹੀ ਸੀ, ਆਪਾਂ ਲੋਕਾਂ ਦਾ ਹੀ ਕੰਮ ਛੱਡਤਾ। ਤੁਮ ਸਿਓ ਜੋਰ ਅਵਰ ਸੰਗ ਤੋਰੀ, ਆਪਾਂ ਬਾਕੀਆਂ ਨਾਲੋਂ ਤੋੜ ਲਈ। ਕਿਉਂਕਿ ਜੇ ਉਹਨਾਂ ਨਾਲ ਰੱਖਦਾ ਤੇ ਉਹਨਾਂ ਨੇ ਤੇਰੇ ਤੱਕ ਪਹੁੰਚਣ ਤੋਂ ਰੋਕਣਾ ਸੀ, ਤੇਰੇ ਤੱਕ ਪਹੁੰਚਣ ਤੋਂ ਵਰਜਣਾ ਸੀ, ਤੇਰੇ ਨਾਲ ਪ੍ਰੀਤ ਕਰਨ ਤੋਂ ਵਰਜਣਾ ਸੀ। ਜੇ ਮੈਂ ਲੋਕਾਂ ਨਾਲ ਜੋੜ ਕੇ ਰੱਖਦਾ, ਲੋਕਾਂ ਨੇ ਤੇਰੇ ਦਰ ਤੇ ਆਉਣ ਨਹੀਂ ਸੀ ਦੇਣਾ, ਤੇਰੇ ਕੋਲ ਆਉਣ ਨਹੀਂ ਸੀ ਦੇਣਾ, ਤੇ ਰੱਬਾ ਲੋਕਾਂ ਨਾਲ ਪ੍ਰੀਤ ਰੱਖ ਕੇ ਮੈਂ ਕੀ ਕਰਦਾ? ਜਿੰਨੇ ਮੈਨੂੰ ਜਿੰਦ ਤੇ ਜਿੰਨੇ ਮੈਨੂੰ ਪ੍ਰਾਣ ਦਿੱਤੇ, ਜੇ ਮੈਂ ਉਹਦੇ ਨਾਲੋਂ ਹੀ ਆਪਣਾ ਪਿਆਰ ਤੋੜ ਬੈਠਾ। ਤੇ ਇਸੇ ਲਈ ਸਤਿਗੁਰੂ ਜੀ ਬਾਣੀ 'ਚ ਇਹ ਆਖਦੇ ਨੇ, ਰੱਬ ਜੀ ਤੁਸੀਂ ਉਹ ਜਿਹੜੇ ਸਾਡੇ ਉੱਤੇ ਕਿਰਪਾ ਕਰਕੇ ਜੀਓ ਪਿੰਡ ਸਭ ਕੁਝ ਸਾਨੂੰ ਦੇਣ ਵਾਲੇ ਹੋ, ਤੇ ਸਾਨੂੰ ਜੀਓ ਦੇਣ ਵਾਲੇ, ਜੀਓ ਮਤਲਬ ਜਿੰਦ ਜਾਨ ਸਾਡੀ, ਔਰ ਪਿੰਡ ਸਾਡਾ ਸਰੀਰ ਦੇਣ ਵਾਲੇ। ਤੇ ਹੁਣ ਅਸੀਂ ਕਿਸੇ ਵੀ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ। ਅਸੀਂ ਇਹ ਨਹੀਂ ਕਹਿ ਸਕਦੇ ਵੀ ਜਿੰਦ ਸਾਨੂੰ ਕਿਸੇ ਹੋਰ ਨੇ ਦਿੱਤੀ ਹੈ ਜਾਂ ਸਾਨੂੰ ਸਰੀਰ ਕਿਸੇ ਹੋਰ ਨੇ ਦਿੱਤਾ ਹੈ। ਤੇ ਜਿਹੜਾ ਸਰੀਰ ਦੇਣ ਵਾਲਾ ਹੈ ਉਹ ਆਪਣੀ ਮਰਜ਼ੀ ਨਾਲ ਸਰੀਰ ਸਾਡੇ ਕੋਲੋਂ ਲੈ ਵੀ ਸਕਦਾ ਹੈ।
ਆਪਣੀ ਮਰਜ਼ੀ ਨਾਲ ਉਹ ਸਾਡੀ ਜਾਨ ਕੱਢ ਵੀ ਸਕਦਾ ਹੈ, ਆਪਣੀ ਮਰਜ਼ੀ ਨਾਲ ਉਹ ਸਾਡੀ ਜਿੰਦ ਜਿਹੜੀ ਉਹਨੂੰ ਕੱਢ ਵੀ ਸਕਦਾ ਹੈ। ਜਿਹੜਾ ਦੇਣ ਵਾਲਾ ਹੈ ਉਹ ਸਾਡੇ ਕੋਲੋਂ ਲੈ ਵੀ ਸਕਦਾ ਹੈ। ਤੇ ਫਿਰ ਕਿਉਂ ਨਾ ਜਿੰਨੇ ਦਿੱਤੀ ਹੈ, ਜਿੰਨੇ ਸਮੇਂ ਲਈ ਦਿੱਤੀ ਹੈ, ਅਸੀਂ ਓਨੇ ਕੁ ਸਮੇਂ ਦੇ ਵਿੱਚ ਉਹਦੇ ਨਾਲ ਆਪਣਾ ਪਿਆਰ, ਉਹਦੇ ਨਾਲ ਆਪਣੀ ਪ੍ਰੀਤ ਬਣਾ ਲਈਏ ਤੇ ਉਹ ਬਣੀ ਹੋਈ ਪ੍ਰੀਤ ਸਾਡੇ ਲਈ ਲਾਹੇ ਦੀ ਬਣ ਜਾਏ। ਇੱਕ ਗੱਲ ਖਿਆਲ ਕਰਕੇ ਚੱਲਿਓ, ਸੰਸਾਰ ਦਾ ਜਿਹੜਾ ਨਾ ਸੁਭਾਵ ਹੈ ਉਹਨੂੰ ਸਮਝ ਕੋਈ ਨਹੀਂ ਸਕਿਆ। ਦੁਨੀਆ ਦਾ ਜਿਹੜਾ ਸੁਭਾਵ ਹੈ ਨਾ ਉਹਨੂੰ ਸਮਝ ਨਹੀਂ ਕੋਈ ਸਕਿਆ। ਜੇ ਤੇ ਮਾੜਾ ਕਰਦੇ ਆ ਫਿਰ ਤੇ ਸਮਾਜ ਨੇ ਕਹਿਣਾ ਹੀ ਕਹਿਣਾ ਵੀ ਆਹ ਕੰਮ ਠੀਕ ਨਹੀਂ। ਪਰ ਅਸੀਂ ਮੁਨਕਰ ਦੂਜੇ ਪਾਸਿਓਂ ਵੀ ਨਹੀਂ ਹੋ ਸਕਦੇ। ਜੇ ਚੰਗਾ ਕਰਦੇ ਆ ਸਮਾਜ ਫਿਰ ਵੀ ਨਹੀਂ ਛੱਡਦਾ। ਜਦੋਂ ਇਦਾਂ ਦੇ ਹਾਲਾਤ ਬਣ ਜਾਣ ਤੇ ਸਭ ਤੋਂ ਵੱਡਾ ਜਿਹੜਾ ਸਾਡੇ ਮਨ ਨੂੰ ਧੀਰਜ ਮਿਲਦਾ ਨਾ, ਉਹ ਗੁਰੂ ਨਾਨਕ ਸਾਹਿਬ ਦਾ ਇੱਕ ਪਾਵਨ ਸ਼ਬਦ ਹੈ, ਜਿੱਥੇ ਗੁਰੂ ਨਾਨਕ ਸਾਹਿਬ ਨੇ ਪ੍ਰਗਟਾਇਆ ਸੀ ਆਪਣੇ ਪ੍ਰਤੀ ਲੋਕਾਂ ਦੀ ਵਿਚਾਰ। ਹੁਣ ਜੇ ਆਪਾਂ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ ਤੇ ਬਾਬੇ ਨਾਨਕ ਵਰਗੀ ਸ਼ਖਸੀਅਤ ਦੁਨੀਆ ਤੇ ਕੋਈ ਨਹੀਂ। ਜਿਸ ਤਰ੍ਹਾਂ ਦੇ ਗੁਰੂ ਨਾਨਕ ਸਾਹਿਬ ਸਨ, ਗੁਰੂ ਨਾਨਕ ਸਾਹਿਬ ਸਰੀਰ ਕਰਕੇ ਆਪਾਂ ਕਹਿ ਲਈਏ ਵੀ ਜਿੰਨਾ ਚਿਰ ਮਾਲਕ ਜੀ ਸਰੀਰ ਕਰਕੇ ਸਨ, ਉਹਨਾਂ ਵਰਗੀ ਸ਼ਖਸੀਅਤ ਸਮਾਜ ਤੇ ਕੋਈ ਨਹੀਂ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜਦੋਂ ਮੈਂ ਨਿਕਲਿਆ ਸੰਸਾਰ ਦੇ ਵਿੱਚ ਪ੍ਰਚਾਰਕ ਫੇਰੀਆਂ ਤੇ ਲੋਕਾਂ ਨੇ ਉਦੋਂ ਵੀ ਮੈਨੂੰ ਨਹੀਂ ਵਰਜਿਆ। ਲੋਕ ਉਦੋਂ ਵੀ ਨਹੀਂ ਹਟੇ ਤੇ ਲੋਕਾਂ ਨੇ ਕੀ ਆਖਿਆ? ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ ਭਇਆ ਦੇਵਾਨਾ, ਸ਼ਾਹ ਕਾ ਨਾਨਕ ਬਉ ਰਾਨਾ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਹੁਣ ਲੋਕਾਂ ਨੇ ਕਿਸੇ ਨੇ ਕੁਛ ਆਖਿਆ, ਕਿਸੇ ਨੇ ਕੁਛ ਆਖਿਆ, ਤੇ ਬਸ ਇਸ ਸ਼ਬਦ ਨੂੰ ਪੜ੍ਹ ਕੇ ਨਾ ਇੱਕ ਬੜਾ ਵੱਡਾ ਹੌਸਲਾ ਮਿਲਦਾ ਮਨ ਨੂੰ ਵੀ ਲੋਕਾਂ ਨੇ ਤੇ ਗੁਰੂ ਨਾਨਕ ਸਾਹਿਬ ਨੂੰ ਨਹੀਂ ਛੱਡਿਆ ਤੇ ਅਸੀਂ ਕਿਹਦੇ ਪਾਣੀ ਹਾਰਾਂ। ਜੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਨੂੰ ਜਿਹੜੇ ਲਫ਼ਜ਼ ਵਰਤੇ, ਜਿਵੇਂ ਬਾਬੇ ਨਾਨਕ ਜੀ ਨੇ ਦੱਸਿਆ ਵੀ ਭੂਤਨਾ, ਬੇਤਾਲਾ, ਆਦਮੀ, ਇਹ ਲਫ਼ਜ਼ ਗੁਰੂ ਨਾਨਕ ਸਾਹਿਬ ਕਹਿੰਦੇ ਲੋਕ ਵਰਤਦੇ ਰਹੇ, ਲੋਕਾਂ ਨੇ ਆਖਿਆ, ਤੇ ਗੁਰੂ ਨਾਨਕ ਸਾਹਿਬ ਕਿਹੜਾ ਕੁਝ ਮਾੜਾ ਕਰਨ ਤੁਰੇ ਸਨ। ਚੱਲੇ ਤੇ ਸਮਾਜ ਨੂੰ ਸਿੱਧੇ ਰਸਤੇ ਪਾਉਣੀ ਸੀ ਨਾ। ਭਟਕੇ ਹੋਏ ਲੋਕਾਂ ਨੂੰ ਸਿੱਧੇ ਰਾਹੇ ਪਾਉਣ ਤੁਰੇ, ਬੇਸਹਾਰਿਆਂ ਨੂੰ ਸਹਾਰਾ ਦੇਣ ਤੁਰੇ, ਤੇ ਜਿਹੜੇ ਅਗਿਆਨਤਾ ਦੇ ਵਿੱਚ ਅੰਨੇ ਹੋਏ ਪਏ ਸਨ ਉਹਨਾਂ ਨੂੰ ਗਿਆਨ ਦਾ ਚਾਨਣ ਦੇਣ ਚੱਲੇ ਸੀ, ਤੇ ਜਿਹੜੇ ਧਰਮ ਦੇ ਨਾਮ ਉੱਤੇ ਭਰਮ ਕਮਾ ਰਹੇ ਸਨ ਉਹਨਾਂ ਨੂੰ ਧਰਮ ਕਮਾਉਣ ਦੀ ਸਿੱਖਿਆ ਦੇਣ ਚੱਲੇ। ਤੇ ਬਾਬੇ ਨਾਨਕ ਨੂੰ ਫਿਰ ਵੀ ਲੋਕਾਂ ਨੇ ਬੜਾ ਕੁਝ ਆਖਿਆ। ਤੇ ਜੇ ਬਾਬੇ ਨਾਨਕ ਨੂੰ ਕਹਿ ਸਕਦੇ ਨੇ ਤੇ ਫਿਰ ਅਸੀਂ ਤੇ ਕਿਸੇ ਦੇ ਪਾਣੀ ਹਾਰਨੀ ਆ। ਤੇ ਜੇ ਅਸੀਂ ਕੁਝ ਚੰਗਾ ਕਰਾਂਗੇ ਤੇ ਲੋਕ ਸਾਨੂੰ ਕਿਵੇਂ ਬਖਸ਼ ਦੇਣਗੇ? ਜਾਂ ਸਮਾਜ ਦੇ ਲੋਕਾਂ ਨੇ ਇਹ ਤਾਂ ਨਹੀਂ ਕਹਿਣਾ ਵੀ ਤੂੰ ਬੜਾ ਚੰਗਾ ਕਰਨ ਲੱਗਾ। ਕਿਤੇ ਨਾ ਕਿਤੇ ਜਾ ਕੇ, ਕਿਉਂਕਿ ਦੁਨੀਆ ਦੇ ਉੱਤੇ ਅਸੀਂ ਇਹ ਦਾਅਵਾ ਕਰਕੇ ਨਹੀਂ ਕਹਿ ਸਕਦੇ ਵੀ ਜਿਹੜਾ ਕੰਮ ਮੈਂ ਕਰਨ ਲੱਗਿਆ ਜਾਂ ਜਿਹੜਾ ਕਰਮ ਮੈਂ ਕਰਦਾ ਆ, ਮੇਰੇ ਕਰਮ ਨੂੰ ਵੇਖ ਕੇ ਸਾਰੀ ਦੁਨੀਆ ਮੇਰੇ ਤੇ ਪ੍ਰਸੰਨ ਹੋ ਜਾਏਗੀ। ਇਹ ਕਦੇ ਵੀ ਨਹੀਂ ਹੋ ਸਕਦਾ। ਚਾਹੇ ਜੇ 100 ਬੰਦਾ ਬੈਠਾ ਨਾ, 100 ਬੰਦੇ ਨੂੰ ਪ੍ਰਸੰਨ ਕਰਨਾ ਨਾਮੁਮਕਿਨ ਹੈ। 100 ਦੇ ਵਿੱਚੋਂ ਭਾਵੇਂ ਇੱਕ ਬੰਦਾ ਹੀ ਸਾਡੇ ਤੋਂ ਪ੍ਰਸੰਨ ਨਾ ਹੋਵੇ, ਪਰ ਉਹਦੇ 'ਚ ਸ਼ਾਮਲ ਜ਼ਰੂਰ ਹੋਏਗਾ ਜਿਹੜਾ ਸਾਡੇ ਤੋਂ ਨਾ ਖੁਸ਼ ਹੈ। ਤੇ ਸਾਨੂੰ ਉਹ ਕਿੱਦਾਂ ਕਹਿ ਦੇਗਾ? ਉਹਨੇ ਤੇ ਵਰਜਣਾ ਹੀ ਹੈ ਨਾ, ਉਹਨੇ ਤੇ ਰੋਕਣਾ ਹੀ ਹੈ। ਤੇ ਇਹ ਸੰਸਾਰ ਦਾ ਸੁਭਾਵ ਹੈ, ਜਿਹਨੂੰ ਠੇਠ ਪੰਜਾਬੀ 'ਚ ਲਫ਼ਜ਼ ਵਰਤੇ ਲੱਤਾਂ ਖਿੱਚਣ ਦਾ। ਜਦੋਂ ਅਸੀਂ ਕੁਝ ਚੰਗਾ ਕਰਨ ਲੱਗਦੇ ਹਾਂ ਤੇ ਸਾਨੂੰ ਖਿੱਚਿਆ ਜਾਂਦਾ ਹੈ, ਬਕਾਇਦਾ ਹੱਲਾ ਸ਼ੇਰੀ ਦੇਣ ਦੇ ਵੀ ਸੱਜਣਾ ਕਰ ਜਾਂ ਤੇਰੇ ਨਾਲ ਅਸੀਂ ਵੀ ਖੜੋਤੇ ਆ, ਜਿੱਥੇ ਜ਼ਰੂਰਤ ਪਏ ਅਸੀਂ ਤੇਰੇ ਨਾਲ ਆ। ਫਿਰ ਤੇ ਇਨਸਾਨ ਦਾ ਹੌਸਲਾ ਬਣੇ ਉਹ ਕੁਝ ਚੰਗਾ ਕਰੇ। ਪਰ ਜਿੱਥੇ ਪਤਾ ਹੈ ਵੀ ਜੇ ਮੈਂ ਕੁਝ ਕਰਨ ਲੱਗਾ ਤੇ ਇਹਨਾਂ ਨੇ ਮੈਨੂੰ ਹੱਲਾ ਸ਼ੇਰੀ ਦੇਣ ਦੇ ਬਜਾਏ ਮੈਨੂੰ ਇਹਨਾਂ ਨੇ ਰੋਕਣਾ ਹੈ, ਫਿਰ ਉੱਥੇ ਕਈ ਵਾਰੀ ਬੰਦਾ ਆਪ ਵੀ
ਥੋੜਾ ਜਿਹਾ ਰੁਕ ਜਾਂਦਾ ਵੀ ਨਹੀਂ, ਪਤਾ ਨਹੀਂ ਸਮਾਜ ਦੇ ਲੋਕਾਂ ਨੇ ਕੀ ਕਹਿਣਾ। ਤੇ ਇਸੇ ਲਈ ਭਗਤ ਕਬੀਰ ਸਾਹਿਬ ਅੱਜ ਕਹਿੰਦੇ ਵੀ ਮੈਂ ਕਹਿੰਦੇ ਸਮਾਜ ਦੇ ਉੱਤੇ ਇਹ ਜਿਹੜਾ ਇੱਕ ਸੱਚ ਹੈ ਉਹਨੂੰ ਆਪਣੇ ਜੀਵਨ ਦੇ ਅੰਦਰ ਪਰਖ ਕੇ ਵੇਖਿਆ ਵੀ ਸਾਚੀ ਪ੍ਰੀਤ ਜਦੋਂ ਮੈਂ ਅਕਾਲ ਪੁਰਖ ਨਾਲ ਜੋੜੀ, ਜਦੋਂ ਲਾਗੀ ਪ੍ਰੀਤ ਸੁਜਾਨ ਸਿਓ, ਉਸ ਰੱਬ ਨਾਲ ਮੇਰੀ ਪ੍ਰੀਤ ਲੱਗੀ ਨਾ, ਤੇ ਹੋਇਆ ਕਿ ਵਰਜੈ ਲੋਕ ਅਜਾਣ ਲੋਕ ਮੈਨੂੰ ਰੋਕਣ ਆ ਗਏ। ਰੱਬ ਨੂੰ ਚੇਤੇ ਕਰਨਾ, ਯਾਦ ਕਰਨਾ, ਇਹਦੇ ਵਿੱਚ ਕਿਸੇ ਇਨਸਾਨ ਦਾ ਨੁਕਸਾਨ ਨਹੀਂ ਹੈ। ਜੇ ਆਪਾਂ ਹੁਣ ਇੱਥੇ ਵਿਚਾਰ ਕਰ ਲਈਏ, ਆਪਣੇ ਵਿੱਚੋਂ ਕੋਈ ਬਹਿ ਕੇ ਰੱਬ ਨੂੰ ਚੇਤੇ ਕਰੇ, ਸਾਡੇ ਰੱਬ ਨੂੰ ਚੇਤੇ ਕਰਨ ਦੇ ਨਾਲ ਕਿਸੇ ਬੰਦੇ ਨੂੰ ਨੁਕਸਾਨ ਹੋ ਸਕਦਾ? ਵੀ ਅਸੀਂ ਬਹਿ ਕੇ ਰੱਬ ਨੂੰ ਚੇਤੇ ਕਰਨ ਲੱਗੇ ਆ, ਅਸੀਂ ਬਹਿ ਕੇ ਰੱਬ ਦੀ ਯਾਦ ਵਿੱਚ ਜੁੜ ਗਏ, ਰੱਬ ਦਾ ਸਿਮਰਨ ਕਰਨ ਲੱਗ ਪਏ, ਸਾਡੇ ਰੱਬ ਦਾ ਸਿਮਰਨ ਕਰਨ ਦੇ ਨਾਲ ਕਿਹੜੇ ਬੰਦੇ ਨੂੰ ਨੁਕਸਾਨ ਹੋ ਸਕਦਾ? ਕਿਸੇ ਨੂੰ ਵੀ ਨਹੀਂ। ਪਰ ਲੋਕ ਫਿਰ ਵੀ ਵਰਜਦੇ ਨੇ। ਵੇਖ ਲਓ ਤੁਸੀਂ ਕਿਤੇ ਬਹਿ ਕੇ ਘੜੀ 2 ਘੜੀ ਬਹਿ ਕੇ ਜਦੋਂ ਰੱਬ ਨੂੰ ਚੇਤੇ ਕਰੋਗੇ, ਦੋਸਤ ਮਿੱਤਰ ਉਦਾਂ ਦੇ ਹੋਏ, ਉਹਨਾਂ ਆ ਕੇ ਕਹਿਣਾ ਲੈ ਬਣਿਆ ਫਿਰਦਾ ਵੱਡਾ ਭਗਤ। ਰੁਕਣਾ ਹੀ ਹੈ ਉਹ। ਜ਼ਰੂਰੀ ਇਹ ਨਹੀਂ ਹੁੰਦਾ ਵੀ ਜਦੋਂ ਰੱਬ ਨੂੰ ਸਿਮਰਨ ਕਰਨ ਲੱਗੇ ਅਗਲਾ ਉਠਾ ਕੇ ਕਹੇਗਾ ਵੀ ਚੱਲ ਉੱਠ, ਐਵੇਂ ਭਗਤੀ ਨਾ ਕਰਿਆ ਕਰ, ਇਹ ਕੰਮ ਤੇਰੇ ਲਈ ਚੰਗਾ ਨਹੀਂ ਹੈ, ਇਹ ਕੰਮ ਤੈਨੂੰ ਅਜੇ ਨਹੀਂ ਕਰਨਾ ਚਾਹੀਦਾ। ਇਹੀ ਵਰਜਣਾ ਨਹੀਂ ਹੈ। ਆ ਕੇ ਟੌਂਟ ਕਰ ਦੇਣਾ, ਆ ਕੇ ਕਿਸੇ ਨਾ ਕਿਸੇ ਪ੍ਰਕਾਰ ਦੀ ਟੀਚਰ ਕਰ ਦੇਣੀ, ਇਹ ਕੀ ਹੈ? ਇਹ ਵੀ ਤੇ ਵਰਜਣਾ ਹੀ ਹੈ ਨਾ। ਹਰ ਵਾਰੀ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਨੂੰ ਜਦੋਂ ਕਿਸੇ ਕਰਮ ਤੋਂ ਰੋਕਣਾ ਹੈ ਤੇ ਉਹਦੇ ਲਈ ਸਾਨੂੰ ਨੈਗੇਟਿਵਿਟੀ ਵਿੱਚ ਹੀ ਉਹਨੂੰ ਕੁਛ ਨਾ ਕੁਛ ਕਹਿਣਾ ਪਏਗਾ। ਕਈ ਵਾਰੀ ਜ਼ਿਆਦਾ ਪੋਜ਼ਿਟਿਵਿਟੀ ਦਿੱਤੀ ਹੋਈ ਵੀ ਉਹਨੂੰ ਰੁਕ ਜਾਂਦੀ ਹੈ। ਜਿਵੇਂ ਕੋਈ ਕਿਸੇ ਤਰ੍ਹਾਂ ਦਾ ਕਰਮ ਕਰਦੇ ਜਿੱਥੇ ਕਹਿ ਦਈਏ ਵੀ ਉਹਨੇ ਬੜੀ ਵੱਡੀ ਭੁੱਲ ਕੀਤੀ ਹੋਵੇ, ਗਲਤੀ ਕੀਤੀ ਹੋਵੇ, ਮੂਰਖ ਵਾਲਾ ਕੰਮ ਕੀਤਾ ਹੋਵੇ ਕੋਈ, ਤੇ ਆਪਾਂ ਉਹਨੂੰ ਇਹ ਨਹੀਂ ਕਹਿੰਦੇ ਲੈ ਤੂੰ ਕਿੱਡਾ ਮੂਰਖ ਬਣਿਆ। ਕਈ ਵਾਰੀ ਆਪੇ ਆ ਵੀ ਕਹਿ ਦਿੰਦੇ ਵੀ ਤੂੰ ਕਿੱਡਾ ਸਿਆਣਾ ਬਣਿਆ। ਹੁਣ ਅਗਲਾ ਸਮਝਣ ਵਾਲਾ ਸਮਝ ਹੀ ਜਾਂਦਾ ਨਾ ਵੀ ਕਿਹੜੇ ਪਾਸੇ ਤੋਂ ਬੋਲ ਰਿਹਾ ਹੈ, ਵੀ ਮੈਨੂੰ ਕਿਉਂ ਸਿਆਣਾ ਕਹਿ ਰਿਹਾ ਹੈ। ਤੇ ਜੇ ਆਪਾਂ ਬਹਿ ਕੇ ਰੱਬ ਨੂੰ ਚੇਤੇ ਕਰ ਰਹੇ ਹਾਂ ਤੇ ਕੋਈ ਆ ਕੇ ਆਖੇਗਾ ਵੀ ਤੂੰ ਕਿੱਡਾ ਭਗਤ ਬਣਿਆ ਹੈ, ਬੜਾ ਚੰਗਾ ਕੰਮ ਕਰ, ਸਮਝ ਤੇ ਆਪਾਂ ਵੀ ਜਾਵਾਂਗੇ ਨਾ ਵੀ ਕਿਹੜੇ ਥਾਂ ਤੋਂ ਬੋਲ ਰਿਹਾ ਉਹ, ਕਿਹੜੀ ਤਰ੍ਹਾਂ ਦੀ ਵਿਚਾਰ ਰੱਖ ਕੇ ਬੋਲ ਰਿਹਾ, ਕਿੱਦਾਂ ਮੈਨੂੰ ਕਹਿ ਰਿਹਾ ਵੀ ਇਹ ਭਗਤ ਬਣਿਆ। ਤੇ ਇਹ ਹੈ ਲੋਕਾਂ ਵੱਲੋਂ ਵਰਜਣਾ, ਰੋਕਣਾ। ਭਗਤ ਕਬੀਰ ਸਾਹਿਬ ਕਹਿੰਦੇ ਮੈਂ ਪ੍ਰੀਤ ਸੱਚੇ ਅਕਾਲ ਪੁਰਖ ਨਾਲ ਲਈ, ਲੋਕਾਂ ਨੇ ਵਰਜਣਾ ਸ਼ੁਰੂ ਕਰਤਾ, ਪਰ ਮੈਂ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਜਦੋਂ ਵੀ ਕੋਈ ਕੰਮ ਕਰਨਾ ਨਾ, ਸਭ ਤੋਂ ਪਹਿਲਾਂ ਇਹ ਸੋਚ ਲਓ ਵੀ ਲੋਕਾਂ ਨੇ ਕਹਿਣਾ ਵੀ ਬਹੁਤ ਕੁਛ ਹੈ, ਲੋਕਾਂ ਨੇ ਰੋਕਣਾ ਵੀ ਹੈ, ਪਰ ਅਸੀਂ ਉਹੀ ਕਰਨਾ ਜੋ ਸਾਨੂੰ ਚੰਗਾ ਲੱਗੇਗਾ ਤੇ ਜੋ ਅਕਾਲ ਪੁਰਖ ਨੂੰ ਚੰਗਾ ਲੱਗੇਗਾ। ਜਦੋਂ ਇਹ ਵਿਚਾਰ ਲੈ ਕੇ ਤੁਰਾਂਗੇ ਨਾ, ਉਦੋਂ ਅਸੀਂ ਲੋਕਾਂ ਦੀ ਪਰਵਾਹ ਨਹੀਂ ਕਰਾਂਗੇ। ਲੋਕਾਂ ਦੀ ਪਰਵਾਹ ਕੀਤੇ ਬਿਨਾਂ ਹੀ ਅਸੀਂ ਕੋਈ ਨਾ ਕੋਈ ਮੁਕਾਮ ਤੇ ਕੋਈ ਨਾ ਕੋਈ ਮੰਜ਼ਿਲ ਜਿਹੜੀ ਉਹਨੂੰ ਹਾਸਲ ਕਰ ਸਕਦੇ ਹਾਂ। ਜਿੰਨਾ ਚਿਰ ਅਸੀਂ ਲੋਕਾਂ ਦੀ ਪਰਵਾਹ ਕਰਾਂਗੇ, ਸੰਸਾਰ ਦੀ ਪਰਵਾਹ ਕਰਾਂਗੇ ਨਾ, ਉਹਨਾਂ ਚਿਰ ਕਹਿ ਸਕਦੇ ਹਾਂ ਨਾ ਕੋਈ ਮੁਕਾਮ ਤੇ ਨਾ ਕੋਈ ਮੰਜ਼ਿਲ। ਐਵੇਂ ਨਹੀਂ ਸੀ ਭਗਤ ਕਬੀਰ ਸਾਹਿਬ ਨੇ ਆਪਣੀ ਬਾਣੀ 'ਚ ਕਹਿਤਾ ਵੀ ਆਪਾਂ ਲੋਕਾਂ ਦੀ ਪਰਵਾਹ ਕਰਨੀ ਛੱਡਤੀ। ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਆਪਾਂ ਛੱਡਤੀ ਪਰਵਾਹ। ਕਹਿੰਦੇ ਨਾ ਨੱਕ ਦੀ ਪਰਵਾਹ ਕਰੀ ਦੀ ਤੇ ਨਾ ਕੰਨਾਂ ਦੀ ਪਰਵਾਹ ਕਰੀ ਦੀ। ਆਖੀ ਜਾਣ ਲੋਕ ਜੋ ਕਹਿੰਦੇ ਨੇ। ਸਮਾਜ 'ਚ ਨੱਕ ਰੱਖਣ ਦੀ ਕੋਈ ਚਿੰਤਾ ਨਹੀਂ, ਨੱਕ ਰੱਖਣਾ ਹੈ ਪਰ ਗੁਰੂ ਦੀਆਂ ਨਜ਼ਰਾਂ 'ਚ ਰੱਖਣਾ। ਅਸੀਂ ਸਮਾਜ 'ਚ ਕੋਈ ਨੱਕ ਰੱਖ ਕੇ ਸਾਨੂੰ ਕੀ ਮਿਲਣਾ? ਦੁਨੀਆ ਵਿੱਚ ਇੱਜ਼ਤ ਬਣਾਉਣੀ ਸੌਖੀ ਹੈ, ਬਜਾਏ ਰੱਬ ਦੀਆਂ ਨਜ਼ਰਾਂ ਵਿੱਚ ਇੱਜ਼ਤ ਬਣਾਉਣ ਦੇ। ਦੁਨੀਆ ਵਿੱਚ ਇੱਜ਼ਤ ਅਸੀਂ ਝੂਠ ਬੋਲ ਕੇ ਵੀ ਬਣਾ ਸਕਦੇ ਹਾਂ, ਝੂਠੇ ਕੰਮ ਕਰ ਕਰਕੇ ਵਿਖਾ ਕੇ ਵੀ ਬਣਾ ਸਕਦੇ ਹਾਂ, ਪਰ ਰੱਬ ਦੀਆਂ ਨਜ਼ਰਾਂ 'ਚ ਇੱਜ਼ਤ ਉਦੋਂ ਹੀ ਬਣੇਗੀ ਜਦੋਂ ਚੰਗੇ ਕੰਮ ਕਰਾਂਗੇ। ਚੰਗੇ ਕੰਮ ਤੋਂ ਭਾਵ ਹੁਣ ਦੁਨੀਆ ਦੀਆਂ ਨਜ਼ਰਾਂ 'ਚ ਅਸੀਂ ਚੰਗਾ ਕੰਮ ਕੋਈ ਕੰਮ ਕੀਤਾ, ਦੁਨੀਆ ਨੇ ਸਾਡਾ ਹੱਥੀਂ ਕੀਤਾ ਕੰਮ ਵੇਖਣਾ। ਜਿਵੇਂ ਮੈਂ ਛੋਟਾ ਜਿਹਾ ਪਾਖੀ ਇੱਥੇ ਰੱਖਦਾ, ਅੱਜ ਦਾ ਜਿੱਦਾਂ ਦਾ ਮਾਹੌਲ ਬਣਿਆ,
ਅੱਜ ਦੇ ਮਾਹੌਲ ਵਿੱਚ ਦੁਨੀਆ ਅੱਜ ਵੀ ਹੱਥੀਂ ਕੀਤਾ ਕੰਮ ਹੀ ਵੇਖ ਰਹੀ ਹੈ। ਵੀ ਕੋਈ ਕਿਸੇ ਨੂੰ ਵਸਤੂਆਂ ਰਾਸ਼ਨ ਦੇ ਰਿਹਾ, ਦੁਨੀਆ ਵੇਖ ਰਹੀ, ਉਹਦੀ ਵਾਹ ਵਾਹ ਕਰ ਰਹੀ ਹੈ। ਉਹ ਸਾਮਾਨ ਦੇਣ ਵਾਲੇ ਦੀ ਸੋਚ ਕੀ ਹੈ ਦੁਨੀਆ ਨੂੰ ਨਹੀਂ ਪਤਾ। ਉਹ ਸਾਮਾਨ ਦੇਣ ਵਾਲੇ ਦੀ ਸੋਚ ਕਿਹਨੂੰ ਪਤਾ ਹੈ? ਰੱਬ ਨੂੰ ਪਤਾ ਹੈ, ਅਕਾਲ ਪੁਰਖ ਨੂੰ ਪਤਾ ਵੀ ਕਿਹੜੀ ਸੋਚ ਨਾਲ ਦੇ ਰਿਹਾ ਹੈ। ਦੁਨੀਆ ਵਾਹ ਵਾਹ ਕਹਿ ਦੇਗੀ, ਜੇ ਸੋਚ ਹੀ ਚੰਗੀ ਨਾ ਹੋਈ ਤੇ ਰੱਬ ਦੀਆਂ ਨਜ਼ਰਾਂ 'ਚ ਅਸੀਂ ਇੱਜ਼ਤਦਾਰ ਕਿੱਥੋਂ ਬਣ ਜਾਾਂਗੇ? ਸੰਸਾਰ ਨੇ ਤੇ ਕਹਿਤਾ ਇਹਨੇ ਬੜਾ ਕੰਮ ਕੀਤਾ ਜੀ, ਇਹਨੇ 100 ਬੰਦੇ ਨੂੰ, 200 ਬੰਦੇ ਨੂੰ, 1000 ਬੰਦੇ ਨੂੰ ਰਾਸ਼ਨ ਵੰਡਿਆ, ਇਹਦੇ ਵਰਗਾ ਦਾਨੀ ਕੋਈ ਨਹੀਂ। ਦੁਨੀਆ ਨੇ ਕਹਿਤਾ, ਨਜ਼ਰ 'ਚ ਦੁਨੀਆ ਦੀ 'ਚ ਤੇ ਇੱਜ਼ਤ ਬਣ ਗਈ। ਪਰ ਹੁਣ ਰੱਬ ਨੂੰ ਪਤਾ ਹੈ ਵੀ ਇਹਨੇ 1000 ਬੰਦੇ ਨੂੰ ਦਾਨ ਇਸ ਕਰਕੇ ਕੀਤਾ ਹੈ ਕਿਉਂਕਿ ਇਹਨੂੰ ਜਿਹੜੀ ਸਪੋਰਟ ਹੈ ਨਾ ਉੱਥੋਂ 10,000 ਬੰਦੇ ਦੀ ਆ ਰਹੀ ਹੈ, 9,000 ਬੰਦੇ ਦਾ ਤੇ ਆਪ ਖਾ ਰਿਹਾ। ਹੁਣ ਰੱਬ ਦੀਆਂ ਨਜ਼ਰਾਂ 'ਚ ਤੇ ਇੱਜ਼ਤ ਨਹੀਂ ਨਾ ਬਣੀ। 10,000 ਬੰਦੇ ਦਾ ਰਾਸ਼ਨ ਆਇਆ, ਵੰਡ ਤੂੰ 1000 ਨੂੰ ਰਿਹਾ, 9,000 ਦਾ ਤੂੰ ਆਪ ਖਾ ਰਿਹਾ। ਸੱਜਣਾ ਤੂੰ ਕਵੇਂ ਰੱਬ ਦੀਆਂ ਨਜ਼ਰਾਂ 'ਚ ਇੱਜ਼ਤ ਬਣ ਜਾਏ ਤੇ ਕਿਵੇਂ ਬਣ ਜੇਗੀ? ਰੱਬ ਦੀਆਂ ਨਜ਼ਰਾਂ 'ਚ ਤੇ ਇੱਜ਼ਤ ਤਾਂ ਹੀ ਬਣੇਗੀ ਵੀ ਤੈਨੂੰ 10,000 ਦਾ ਆਇਆ, ਤੂੰ ਭਾਵੇਂ 10,000 ਤੋਂ ਬਾਅਦ 'ਚ ਇੱਕ ਬੰਦੇ ਨੂੰ ਦੇ, ਫਿਰ ਤੇ ਕਹਿ ਸਕਦੇ ਆ ਵੀ ਤੇਰਾ ਰੱਬ ਦੀਆਂ ਨਜ਼ਰਾਂ 'ਚ ਇੱਜ਼ਤ ਬਣ ਗਈ ਹੈ ਕਿਉਂਕਿ ਤੂੰ ਆਪਣੇ ਪੱਲਿਓਂ ਵੀ ਕੁਝ ਦੇ ਰਿਹਾ ਹੈ। ਫਿਰ ਤੇ ਕਹਿ ਸਕਦੇ ਆ। ਤੇ ਭਗਤ ਕਬੀਰ ਸਾਹਿਬ ਕਹਿੰਦੇ ਵੀ ਬੰਦਾ ਤੇ ਇੱਥੇ ਕੀ ਖੜੋਤਾ ਹੈ, ਬਸ ਦੁਨੀਆ ਚੰਗਾ ਕਵੇ, ਰੱਬ ਨੇ ਕਿਹੜਾ ਕਿਸੇ ਨੂੰ ਆ ਕੇ ਦੱਸ ਦੇਣਾ। ਆਹੀ ਇੱਕ ਭਰਮ ਹੈ ਸਾਡੇ ਮਨਾਂ 'ਚ ਵੀ ਰੱਬ ਨੇ ਕਿਹੜਾ ਕਿਸੇ ਨੂੰ ਆ ਕੇ ਦੱਸ ਦੇਣਾ, ਜਾਂ ਰੱਬ ਨੇ ਕਿਹੜਾ ਕਿਸੇ ਨੂੰ ਆ ਕੇ ਕਹਿ ਦੇਣਾ ਵੀ ਤੂੰ ਚੰਗਾ ਨਹੀਂ ਹੈ। ਬਸ ਦੁਨੀਆ ਨੇ ਜੋ ਵੇਖ ਲਿਆ ਉਹ ਠੀਕ ਹੈ। ਇਸੇ ਕਰਕੇ ਭਗਤ ਜੀ ਕਹਿੰਦੇ ਆਪਾਂ ਦੁਨੀਆ ਦੀ ਪਰਵਾਹ ਕਰਨੀ ਛੱਡਤੀ, ਨਾਕੋਂ ਕਾਟੀ ਕਾਨੋਂ ਕਾਟੀ, ਕਾਟ ਕੂਟ ਕੇ ਡਾਰੀ, ਸੁੱਟਤਾ ਸਾਰਾ ਕੁਝ। ਕਿਉਂਕਿ ਤਾਸਿਓਂ ਟੂਟੀ ਕਿਉਂ ਬਣੇ? ਭਗਤ ਜੀ ਕਹਿੰਦੇ ਇਹ ਗੱਲ ਜਿਹੜੀ ਨਾ ਮੈਂ ਸੋਚੀ ਵੀ ਜੇ ਸੁਜਾਨ ਨਾਲ ਪ੍ਰੀਤ ਲਾਈ, ਲੋਕ ਵਰਜ ਲਏ ਨੇ, ਲੋਕਾਂ ਦੇ ਵਰਜਨ ਉੱਤੇ, ਲੋਕਾਂ ਦੇ ਰੋਕਣ ਉੱਤੇ ਮੈਂ ਰੁਕ ਜਾ, ਮੇਰੀ ਪ੍ਰੀਤ ਉਹਦੇ ਨਾਲੋਂ ਟੁੱਟ ਜਾਏ। ਜੇ ਟੁੱਟ ਗਈ ਮੁੜ ਕੇ ਦੁਬਾਰਾ ਕਿੱਦਾਂ ਬਣੇਗੀ? ਤਾਸਿਓਂ ਟੂਟੀ ਕਿਉਂ ਬਣੇ? ਜਾ ਕੇ ਜੀ ਪ੍ਰਾਣ ਜਿੰਨੇ ਜਿੰਦ ਦਿੱਤੀ, ਜਿੰਨੇ ਪ੍ਰਾਣ ਦਿੱਤੇ, ਉਹਦੇ ਨਾਲੋਂ ਇੱਕ ਵਾਰੀ ਪ੍ਰੀਤ ਟੁੱਟ ਗਈ, ਹੋ ਸਕਦਾ ਓਨੇ ਕੁ ਸਮੇਂ 'ਚ ਹੀ ਮੌਤ ਆ ਜਾਏ, ਮੁੜ ਕੇ ਤੇ ਮੈਂ ਰਹਿ ਗਿਆ ਨਾ ਸਖਣਾ ਉਹਦੀ ਪ੍ਰੀਤ ਤੋਂ। ਜਿਵੇਂ ਇੱਕ ਪੋਜ਼ਿਟਿਵਿਟੀ ਲਈ ਸਾਨੂੰ ਸਮਝਾਇਆ ਜਾਂਦਾ ਵੀ ਜੇ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਨਾ ਤੇ ਸਾਡੀ ਅਰਦਾਸ ਦੇ ਬੋਲ ਇੱਕੋ ਜਿਹੇ ਹੋਣ। ਨਿਰਾਸ਼ ਹੋ ਕੇ ਅਸੀਂ ਕਦੇ ਅਰਦਾਸ ਦੇ ਬੋਲ ਨਾ ਬਦਲੀਏ। ਤੇ ਉਹਦੇ ਲਈ ਇੱਕ ਨਿੱਕੀ ਜਿਹੀ ਘਟਨਾ ਵੀ ਸਮਝਾਈ ਜਾਂਦੀ ਵੀ ਇੱਕ ਬੰਦਾ ਸਾਰਾ ਦਿਨ ਬੈਠਾ ਮਿੱਟੀ ਦੇ ਢੇਰ ਅੱਗੇ ਰੱਬ ਨੂੰ ਕਹੀ ਗਿਆ, ਰੱਬਾ ਸੋਨਾ ਬਣ ਜੇ, ਸੋਨਾ ਬਣ ਜੇ। ਉਹ ਸਾਰਾ ਦਿਨ ਅਰਦਾਸ ਕਰਦਾ ਰਿਹਾ ਸਿਰਫ ਸਮਝਣ ਲਈ, ਏਦਾਂ ਹੋ ਨਹੀਂ ਸਕਦਾ, ਮਿੱਟੀ ਤੋਂ ਸੋਨਾ ਕਿੰਨੇ ਬਣਾ ਲੈਣਾ। ਤੇ ਉਹ ਅਰਦਾਸ ਕਰਦਾ ਰਿਹਾ, ਸ਼ਾਮਾਂ ਪੈ ਗਈਆਂ, ਵਿਚਾਰਾ ਅੱਕ ਗਿਆ, ਥੱਕ ਗਿਆ। ਫਿਰ ਪਤਾ ਕੀ ਕਹਿੰਦਾ, ਰੱਬਾ ਲੋਹਾ ਹੀ ਬਣ ਜੇ, ਨਹੀਂ ਸੋਨਾ ਬਣਨਾ। ਤੇ ਉਹ ਲੋਹਾ ਬਣ ਗਿਆ। ਫਿਰ ਹੁਣ ਜਦੋਂ ਲੋਹਾ ਬਣਿਆ, ਫਿਰ ਮੱਥੇ ਤੇ ਹੱਥ ਮਾਰ ਕੇ ਪਛਤਾਉਂਦਾ ਵੀ ਮੈਂ ਇਹ ਵਕਤ ਵੀ ਕਹਿ ਦਿੰਦਾ ਰੱਬਾ ਸੋਨਾ ਬਣ ਜੇ, ਤੇ ਸੋਨਾ ਬਣ ਜਾਣਾ ਸੀ। ਇਸ ਲਈ ਜੇ ਅਸੀਂ ਰੱਬ ਨਾਲ ਪ੍ਰੀਤ ਲਾਈ ਹੈ ਨਾ, ਲੋਕਾਂ ਦੇ ਰੋਕਿਆਂ ਰੁਕਣਾ ਨਹੀਂ। ਹੋ ਸਕਦਾ ਲੋਕਾਂ ਦੇ ਰੋਕਿਆਂ ਅਸੀਂ ਰੁਕ ਜਾਈਏ, ਤੇ ਜਿਹੜੇ ਵਕਤ ਅਸੀਂ ਰੁਕ ਕੇ ਸਾਡੀ ਪ੍ਰੀਤ ਗਈ ਟੁੱਟ, ਪਿਆਰ ਟੁੱਟ ਗਿਆ, ਉਧਰੋਂ ਮੌਤ ਆ ਜੇ, ਅਸੀਂ ਤੇ ਰੱਬ ਤੋਂ ਬੇਮੁਖ ਇੱਕ ਮਰ ਜਾਣਾ। ਕੋਸ਼ਿਸ਼ ਤੇ ਇਹੀ ਹੋਣੀ ਚਾਹੀਦੀ ਸੀ, ਲੋਕ ਵਰਜਣ, ਮੈਂ ਫਿਰ ਵੀ ਉਸ ਮਾਲਕ ਦੇ ਵੱਲ ਤੁਰਿਆ ਜਾਵਾਂ, ਉਹਦੇ ਰਸਤੇ ਤੇ ਤੁਰਿਆ ਜਾਵਾਂ, ਤੇ ਉਹਦੇ ਪ੍ਰਤੀ ਪ੍ਰੀਤ ਪਿਆਰ ਆਪਣੇ ਹਿਰਦੇ 'ਚ ਬਣਾ ਕੇ ਰੱਖਾਂ, ਤੇ ਉਹਦੇ ਨਾਲ ਪ੍ਰੇਮ ਮੇਰਾ ਬਣਿਆ ਰਹੇ। ਕਿਉਂਕਿ ਭਗਤ ਜੀ ਕਹਿੰਦੇ ਤਾਸਿਓਂ ਟੂਟੀ ਕਿਉਂ ਬਣੇ, ਜਾ ਕੇ ਜੀ ਪ੍ਰਾਨ। ਕਬੀਰ ਕੋਠੇ ਮੰਡਪ ਹੇਤ ਕਰ, ਕਾਹੇ ਮਰਹੁ ਸਵਾਰ। ਇਹ ਇੱਕ ਬੜਾ ਵੱਡਾ ਸੱਚ ਹੈ ਜ਼ਿੰਦਗੀ ਦਾ।
ਭਗਤ ਕਬੀਰ ਸਾਹਿਬ ਨੇ ਨਾ ਬੰਦੇ ਨੂੰ ਅੱਜ ਸੰਬੋਧਨ ਕੀਤਾ, ਕਹਿੰਦੇ ਬੰਦਿਆ ਸਾਰੀ ਜ਼ਿੰਦਗੀ ਬੜੀਆਂ ਕੋਠੇ ਮੰਡਪ ਮਾੜੀਆਂ ਬਣਾਉਣਾ ਹੈ, ਬਣਾਉਂਦਾ ਬਣਾਉਂਦਾ ਹੀ ਮਰ ਜਾਣਾ, ਲੱਗਦਾ ਨਹੀਂ ਵੀ ਤੂੰ ਰਹਿੰਦਾ ਹੋਵੇਂਗਾ। ਸਵਾਰਦਾ ਸਵਾਰਦਾ ਹੀ ਬੰਦਾ ਮਰ ਜਾਂਦਾ ਹੈ। ਸਾਰੀ ਜ਼ਿੰਦਗੀ ਮਿਹਨਤ ਕਰੀ ਜਾਂਦਾ, ਜਿੰਨੇ ਕੁ ਕਮਾ ਲੈਂਦਾ ਉਨੇ ਕੁ ਲਾ ਦਿੰਦਾ, ਜਿੰਨੇ ਕੁ ਕਮਾ ਲੈਂਦਾ ਉਨੇ ਕੁ ਲਾ ਦਿੰਦਾ, ਘਰ ਵਧੀਆ ਬਣ ਜੇ। ਬੜਾ ਮਿਹਨਤ ਕੀਤੀ, ਬੜੀ ਮਸ਼ੱਕਤ ਕੀਤੀ, ਮਸ਼ੱਕਤ ਕਰਕੇ ਕਹਿੰਦਾ ਵੀ ਹੁਣ ਮੈਂ ਦੁਨੀਆ ਨੂੰ ਵਿਖਾਉਣਾ ਹੈ, ਮੇਰੇ ਕੋਲ ਪੈਸਾ ਬਹੁਤ ਹੈ। ਹੁਣ ਦੁਨੀਆ ਨੂੰ ਵਿਖਾਉਣਾ ਕਿੱਦਾਂ? ਸੁਭਾਵਿਕ ਜਿਹੀ ਗੱਲ ਹੈ ਵੀ ਸ਼ੋਅ ਆਫ ਕਰਨਾ ਪਏਗਾ। ਤੇ ਸ਼ੋਅ ਆਫ ਕਰਨ ਲਈ ਕੀ ਕੀਤਾ? ਪਹਿਲੋਂ ਤੇ ਇੱਕ ਵੱਡਾ ਸਾਰਾ ਪਲਾਟ ਖਰੀਦਿਆ। ਜਦੋਂ ਪਲਾਟ ਖਰੀਦਿਆ ਨਾ, ਦੁਨੀਆ ਤੇ ਉਦੋਂ ਹੀ ਹੈਰਾਨ ਰਹਿ ਗਈ ਵੀ ਪੈਸੇ ਬੜੇ ਲੱਗਦੇ ਇਹਦੇ ਕੋਲ, ਐਡਾ ਪਲਾਟ। ਇਹਨੂੰ ਹੋਰ ਅੰਦਰੋਂ ਹੱਲਾਸ਼ੇਰੀ ਮਿਲੀ ਵੀ ਦੁਨੀਆ ਨੇ ਬੜਾ ਹੁਣ ਹੈਰਾਨ ਹੋਣਾ। ਫਿਰ ਕਹਿੰਦਾ ਹੁਣ ਮੈਂ ਇੱਥੇ ਇੱਕ ਕੋਠੀ ਪਾਉਣੀ ਤੇ ਦੁਨੀਆ ਖੜ ਖੜ ਵੇਖੇਗੀ। ਉਹਦਾ ਮੈਟੀਰੀਅਲ ਵੀ ਫੋਰਨ ਤੋਂ ਮੰਗਾ ਰਿਹਾ, ਇੰਪੋਰਟ ਕਰਵਾ ਰਿਹਾ। ਪਹਿਲੋਂ ਤੇ ਬਣਾਈ, ਫਿਰ ਮਾਰਬਲ ਵਗੈਰਾ ਜਾਂ ਕਲਰ ਜਿਹੜੇ ਯੂਜ਼ ਹੋਣੇ ਸੀ ਉਹ ਫੋਰਨ ਤੋਂ ਇੰਪੋਰਟ ਕਰਵਾਏ ਵੀ ਦੁਨੀਆ ਵੇਖੇ ਖੜ ਖੜ ਕੇ ਵੀ ਆ ਕਿੰਨੀ ਸੋਹਣੀ ਕੋਠੀ ਬਣਾਈ, ਬੜੀ ਮਿਹਨਤ ਨਾਲ ਬਣ ਗਈ। ਤੇ ਹੁਣ ਸੋਚਦਾ ਹੈ ਵੀ ਆ 2 ਕੁ ਦਿਨਾਂ ਨੂੰ ਨਾ ਮੈਂ ਉੱਥੇ ਸ਼ਿਫਟ ਹੋ ਜਾਣਾ, ਤੇ ਪਹਿਲੋਂ ਮੈਂ ਮਹੂਰਤ ਕਰਨਾ ਹੈ। ਜਦੋਂ ਮਹੂਰਤ ਕਰਾਂਗਾ ਆਸ ਪੜੋਸ ਸਾਰਿਆਂ ਨੂੰ ਸੱਦਣਾ, ਕਿਉਂਕਿ ਉਹਨਾਂ ਬਾਹਰੋਂ ਵੇਖੀ ਹੈ, ਉਹਨਾਂ ਨੂੰ ਅੰਦਰੋਂ ਵੀ ਵਿਖਾਉਣੀ ਹੈ। ਮਹੂਰਤ ਕਰਨਾ, ਗੁਰੂ ਸਾਹਿਬ ਦੇ ਚਰਨ ਪਾਉਣੇ ਨਾ, ਕਹਿ ਸਕਦੇ ਆ ਠੀਕ ਹੈ ਜਿੱਥੇ ਸ਼ੁਕਰਾਨੇ ਦੀ ਗੱਲ ਹੈ, ਪਰ ਉਦੋਂ ਵੱਧ ਤੇ ਇੱਕ ਇਹ ਵੀ ਹੈ ਵੀ ਲੋਕਾਂ ਨੂੰ ਅੰਦਰੋਂ ਵੀ ਤੇ ਪਤਾ ਲੱਗੇ ਨਾ ਕਿੱਦਾਂ ਦੀ ਬਣੀ ਹੈ, ਵਿਖਾਉਣਾ ਵੀ ਤੇ ਹੈ। ਉੱਥੇ ਫਿਰ ਇੱਕ ਦਿਖਾਵਾ ਹੀ ਹੈ, ਗੁਰੂ ਸਾਹਿਬ ਨੂੰ ਲੈ ਕੇ ਆਉਣਾ ਵੀ। ਪਰ ਹੋਇਆ ਕੀ? 2 ਕੁ ਦਿਨਾਂ ਨੂੰ ਸੋਚ ਰਿਹਾ ਸੀ ਸ਼ਿਫਟ ਕਰਨਾ, ਐਸਾ ਰੱਬ ਦਾ ਭਾਣਾ ਵਾਪਰਿਆ, ਅਗਲੇ ਦਿਨ ਹੀ ਮਰ ਗਿਆ, ਮੌਤ ਹੋ ਗਈ। ਬਣਾਇਆ ਘਰ ਸੀ ਵੀ ਮੈਂ ਰਹਾਂਗਾ, ਤੇ ਪਰਿਵਾਰ ਨੇ ਦਰਵਾਜ਼ੇ 'ਚ ਐਂਟਰ ਵੀ ਨਹੀਂ ਹੋਣ ਦਿੱਤਾ, ਦੂਜੀ ਥਾਂ ਤੇ ਹੀ ਰੱਖਿਆ ਵੀ ਇੱਧਰ ਨਹੀਂ ਲੈ ਕੇ ਜਾਣਾ, ਅਰੇ ਨਵਾਂ ਬਣਾਇਆ ਹੈ। ਚਲਾ ਗਿਆ। ਘਰ ਬਣਾਉਂਦਿਆਂ ਬਣਾਉਂਦਿਆਂ ਰਹਿਣਾ ਤੇ ਭੁੱਲ ਹੀ ਗਿਆ ਵੀ ਰਹਿਣਾ ਵੀ ਸੀ ਮੈਂ। ਤੇ ਭਗਤ ਕਬੀਰ ਸਾਹਿਬ ਕਹਿੰਦੇ ਕੋਠੇ ਮੰਡਪ ਹੇਤ ਕਰ, ਬੜੇ ਪਿਆਰ ਦੇ ਨਾਲ ਬਣਾਉਣਾ ਕੋਠੇ ਮੰਡਪ ਭਾਈ। ਕਾਹੇ ਮਰੋ ਸਵਾਰ, ਕਹਿੰਦੇ ਸਵਾਰ ਕੀ ਮਰੀ ਜਾਂਦਾ? ਕਦੇ ਸੋਚਿਆ ਵੀ ਇਹਦੇ 'ਚ ਮੈਂ ਰਹਿ ਸਕਦਾ ਕਿ ਨਹੀਂ ਰਹਿ ਸਕਦਾ? ਜਿਹੜੇ ਤੂੰ ਘਰ ਨੂੰ ਬਣਾ ਰਿਹਾ ਜਾਂ ਘਰ ਨੂੰ ਸਵਾਰ ਰਿਹਾ, ਜਿਹੜੀਆਂ ਉੱਚੀਆਂ ਉੱਚੀਆਂ ਇਮਾਰਤਾਂ ਬਣਾ ਕੇ ਤੂੰ ਉਹਨਾਂ ਵਿੱਚ ਰਹਿਣ ਦੀ ਸੋਚ ਰੱਖ ਕੇ ਬੈਠਾ, ਕੀ ਤੈਨੂੰ ਪਤਾ ਹੈ ਵੀ ਤੂੰ ਰਹਿਣਾ ਉੱਥੇ? ਕੋਈ ਹੈ ਦਾਵਾ ਵੀ ਮੈਂ ਇਹ ਇਮਾਰਤ ਬਣਾਈ ਤੇ ਮੈਂ ਇੱਥੇ ਰਹਿਣਾ? ਪਤਾ ਤੇ ਇਹ ਨਹੀਂ ਵੀ ਮੇਰੇ ਬਣਾਉਂਦਿਆਂ ਬਣਾਉਂਦਿਆਂ ਤੱਕ ਵੀ ਮੈਂ ਰਹਿਣਾ ਕਿ ਨਹੀਂ ਰਹਿਣਾ, ਉਹ ਬਣਾਉਣ ਤੋਂ ਪਹਿਲਾਂ ਹੀ ਮਰ ਮੁਰ ਜਾਵਾਂ। ਉਹਦੇ ਵਿੱਚ ਰਹਿਣ ਦੀ ਗੱਲ ਤੇ ਬੜੀ ਦੂਰ ਦੀ ਹੈ, ਬਸ ਸੋਚ ਹੈ ਇੱਕ ਵੀ ਮੈਂ ਉਹਦੇ ਵਿੱਚ ਰਹਿਣਾ। ਮਰ ਗਿਆ ਬੰਦਾ। ਕਿਉਂਕਿ ਜਿੱਥੇ ਆਪਾਂ ਭਗਤ ਕਬੀਰ ਸਾਹਿਬ ਦੀ ਗੱਲ ਕਰਦੇ ਆ ਨਾ, ਉੱਥੇ ਭਗਤ ਫਰੀਦ ਸਾਹਿਬ ਨੇ ਵੀ ਇਹ ਜ਼ਿਕਰ ਕੀਤਾ, ਕਹਿੰਦੇ ਸੰਸਾਰ ਤੇ ਮੈਂ ਵੇਖਿਆ ਕੋਠੇ ਮੰਡਪ ਮਾੜੀਆਂ ਬਣਾਉਣ ਵਾਲੇ ਚਲੇ ਗਏ, ਉਸਾਰੇਂਦੇ ਪੀ ਗਏ, ਉਸਾਰਦੇ ਉਸਾਰਦੇ ਹੀ ਚਲੇ ਗਏ। ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ, ਆ ਕੇ ਉਹਦੇ ਮੜੀਆਂ 'ਚ ਪੈ ਗਏ, ਝੂਠਾ ਸੌਦਾ ਕਰਕੇ ਗਏ। ਉਹ ਮਿਲਿਆ ਤੇ ਕੁਛ ਵੀ ਨਹੀਂ। ਆਪਾਂ ਪਿੱਛੇ ਵੀ ਭਗਤ ਕਬੀਰ ਸਾਹਿਬ ਦਾ ਇੱਕ ਬਚਨ ਪੜ੍ਹ ਕੇ ਆਏ ਸਾਂ, ਵਿਚਾਰਿਆ ਸੀ ਕਬੀਰ ਗਰਬ ਨਾ ਕੀਜੀਏ, ਉੱਚਾ ਦੇਖ ਆਵਾਸ, ਆਪਣਾ ਉੱਚਾ ਘਰ ਵੇਖ ਕੇ ਕਦੇ ਹੰਕਾਰ 'ਚ ਨਾ ਆਈ, ਕਿਉਂਕਿ ਅੱਜ ਕਾਲ ਭਵੇਂ ਲੇਟਣਾ। ਇਹ ਮੰਨ ਕੇ ਚੱਲ ਅੱਜ ਜਾਂ ਕੱਲ ਨੂੰ ਤੂੰ ਭੋਏ ਤੇ ਲੇਟ ਜਾਣਾ, ਅੱਜ ਜਾਂ ਕੱਲ ਨੂੰ ਤੂੰ ਜ਼ਮੀਨ ਤੇ ਲੰਮਾ ਪੈ ਜਾਣਾ, ਤੇ ਜਿੱਦਣ ਜ਼ਮੀਨ ਤੇ ਲੰਮਾ ਪੈ ਗਿਆ ਸੱਜਣਾ, ਉੱਪਰ ਜਾਮੇ ਘਾਸ। ਤੇ ਇਹ ਵੀ ਮੰਨ ਕੇ ਚੱਲ ਜਿਹੜਾ ਅੱਜ ਉੱਚਾ ਆਵਾਸ ਦੇਖ ਕੇ ਤੂੰ ਹੰਕਾਰ 'ਚ ਹੈ ਨਾ, ਹੋ ਸਕਦਾ ਕੱਲ ਨੂੰ ਉਹ ਆਵਾਸ ਹੀ ਢਹਿ ਢੇਰੀ ਹੋ ਜਾਏ, ਉੱਥੇ ਵੀ ਘਾਹ ਜੰਮ ਪਏ। ਦੋਵੇਂ ਪੱਖ ਵੀ, ਜੇ ਤੂੰ ਹੰਕਾਰ ਘਰ ਕਰਕੇ ਕਰ ਰਿਹਾ ਨਾ, ਘਰ ਕਰਕੇ ਹੰਕਾਰ ਕਰਦੇ ਆ ਸੱਜਣਾ, ਇਹ ਖਿਆਲ ਰੱਖੀ ਤੂੰ ਮਰ ਜਾਣਾ, ਤੇਰੇ ਉੱਤੇ ਘਾਹ ਹੀ ਜੰਮਣਾ। ਹੋ ਸਕਦਾ
ਘਰ ਕਰਕੇ ਹੰਕਾਰ ਕਰਨ ਵਾਲਿਆ, ਤੇਰਾ ਘਰ ਵੀ ਢਹਿ ਜਾਏ ਤੇ ਤੇਰੇ ਉਸ ਢਏ ਹੋਏ ਘਰ ਦੇ ਥਾਂ ਉੱਤੇ ਘਾਹ ਹੀ ਉੱਗੇ, ਮੁੜ ਕੇ ਤੇਰੇ ਕੋਲ ਇੰਨੀ ਸਮਰੱਥਾ ਹੀ ਨਾ ਹੋਵੇ ਤੂੰ ਉੱਥੇ ਦੁਬਾਰਾ ਘਰ ਬਣਾ ਸਕੇ, ਉੱਥੇ ਘਾਹ ਉੱਗ ਪੈਣਾ। ਤੇ ਭਗਤ ਜੀ ਨੇ ਤੇ ਸਗੋਂ ਸਾਨੂੰ ਇਹ ਪ੍ਰੇਰਨਾ ਦਿੱਤੀ ਸੀ, ਕਾਲ ਕਰੰਤਾ ਅਬਹਿ ਕਰ, ਅਬ ਕਰਤਾ ਸੋ ਇਤਾਲ, ਪਾਛੈ ਕਛੂ ਨਾ ਹੋਵਈ, ਜੋ ਸਿਰ ਪਰ ਆਵੇ ਕਾਲ। ਇਹ ਨਾ ਸੋਚ ਵੀ ਮੈਂ ਸਮਾਂ ਗੁਜ਼ਾਰ ਕੇ ਫਿਰ ਕਰ ਲਾਂਗਾ, ਬਸ ਇਹ ਸੋਚ ਕੇ ਚੱਲ ਆ ਜਿਹੜਾ ਸਾਹ ਲੈਣ ਲੱਗਾ ਮੇਰਾ ਆਖਰੀ ਹੈ, ਤੇ ਮੈਂ ਆਖਰੀ ਸਾਹ ਲੈਣ ਲੱਗਿਆ ਕੀ ਕਰਨਾ ਹੈ, ਬਸ ਉਹ ਹਰ ਵਕਤ ਕਰਦਾ ਰਹੇ। ਜਦੋਂ ਆਪਣੇ ਮੰਨ ਲਓ, ਇਸ ਸੋਚ ਨੂੰ ਆਪਣੇ ਮਨ 'ਚ ਬੈਠ ਕੇ ਵਿਚਾਰ ਕੇ ਵੇਖੀਏ ਵੀ ਜਦੋਂ ਸਾਨੂੰ ਪਤਾ ਲੱਗਣਾ ਵੀ ਸਾਡੀ ਹੁਣ ਮੌਤ ਆ ਗਈ ਤੇ ਸਾਡਾ ਆਖਰੀ ਸਾਹ, ਤੇ ਆਪਾਂ ਆਖਰੀ ਸਾਹ ਕੀ ਕਰਾਂਗੇ? ਸੁਭਾਵਿਕ ਜਿਹੀ ਗੱਲ ਹੈ, ਸੋਚਾਂਗੇ ਵੀ ਰੱਬ ਨੂੰ ਹੀ ਚੇਤਾ ਕਰ ਲਈਏ ਮਰਨ ਲੱਗੇ ਆਖਰੀ ਸਾਹ। ਤੇ ਜਦੋਂ ਆਪਣੇ ਹਰ ਸਾਹ ਨੂੰ ਆਖਰੀ ਮੰਨ ਕੇ ਚੱਲਾਂਗੇ, ਕੀ ਰੱਬ ਭੁੱਲ ਜਾਏਗਾ? ਫਿਰ ਕੱਲਾ ਕੱਲਾ ਸਾਹ ਸਫਲ ਹੋਏਗਾ। ਪਤਾ ਤੇ ਸਾਨੂੰ ਨਹੀਂ ਨਾ ਵੀ ਸਾਡੇ ਸਾਹ ਕਿੰਨੇ ਨੇ ਤੇ ਕਿੰਨੇ ਨਹੀਂ। ਸਾਨੂੰ ਤੇ ਇਹ ਵੀ ਨਹੀਂ ਪਤਾ ਵੀ ਆਹ ਸਾਹ ਜਿਹੜਾ ਲਿਆ ਇਹਨੇ ਮੁੜ ਕੇ ਆਉਣਾ ਦੁਬਾਰਾ ਕਿ ਨਹੀਂ ਆਉਣਾ। ਇਹਦਾ ਮਤਲਬ ਹਰ ਸਵਾਸ ਸਾਡਾ ਆਖਰੀ ਹੈ, ਹਰ ਸਾਹ ਸਾਡਾ ਆਖਰੀ ਹੈ। ਤੇ ਜੇ ਹਰ ਸਾਹ ਸਾਡਾ ਆਖਰੀ ਹੈ, ਫਿਰ ਕਿਉਂ ਨਾ ਅਸੀਂ ਆਪਣੇ ਹਰ ਸਵਾਸ ਨੂੰ ਆਖਰੀ ਮੰਨਦਿਆਂ ਹੋਇਆਂ ਉਹੀ ਕਰਮ ਕਰ ਲਈਏ ਜੋ ਅਸੀਂ ਆਪਣੇ ਆਖਰੀ ਸਵਾਸ ਤੇ ਕਰਨਾ ਹੈ। ਤੇ ਜਦੋਂ ਉਹ ਕਰਮ ਹਰ ਸਵਾਸ ਤੇ ਕਰਾਂਗੇ ਨਾ, ਸੁਭਾਵਿਕ ਜਿਹੀ ਗੱਲ ਜੇ ਰੱਬ ਕਦੇ ਵਿਸਰੇਗਾ ਨਹੀਂ, ਕਦੇ ਭੁੱਲੇਗਾ ਨਹੀਂ। ਤੇ ਭਗਤ ਜੀ ਕਹਿੰਦੇ, ਭਾਈ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ। ਕਿਉਂ ਐਵੇਂ ਸਵਾਰ ਕੇ? ਠੀਕ ਹੈ, ਤੇਰੇ ਕੋਲ ਰਹਿਣ ਲਈ ਘਰ ਚੰਗਾ ਹੋਣਾ ਚਾਹੀਦਾ, ਘਰ ਸੋਹਣਾ ਹੋਵੇ, ਤੇਰੇ ਕੋਲ ਚੰਗੇ ਥਾਂ ਤੇ ਤੂੰ ਰਹਿ, ਮੁਬਾਰਕ ਬਾਤ ਹੈ, ਪਰ ਸਵਾਰ ਕੇ ਮਰ ਤੇ ਤੂੰ ਜਾਣਾ ਹੀ ਹੈ। ਕਦੇ ਸੋਚਿਆ ਵੀ ਤੇਰੇ ਕਾਰਜ ਵਿੱਚ ਕੀ ਆਉਣਾ ਹੈ? ਕਾਰਜ ਸਾਢੇ ਤੀਨ ਹੱਥ, ਕਨੀਤਾ ਪੌਨੇ ਚਾਰ। 1000 ਗਜ ਵਿੱਚ ਕੋਠੀ ਪਾਉਣ ਵਾਲਿਆ, 3.5 ਹੱਥ ਥਾਂ ਮਿਲਣਾ ਹੀ, ਵੱਧ ਤੋਂ ਵੱਧ ਤੇਰੇ ਕੋਲ ਜ਼ਿਆਦੀ ਹੋਏਗੀ, ਤੈਨੂੰ ਪੌਣੇ 4 ਦੇ ਦੇਣਗੇ। 1000 ਕਿੱਲਿਆਂ ਦੇ ਮਾਲਕਾ, ਜਿੱਦਣ ਤੂੰ ਮਰਨਾ ਨਾ, ਮਿਲਣੀ ਤੈਨੂੰ ਵੀ 3.5 ਹੱਥ ਹੀ ਹੈ। ਤੇ ਕਹਿ ਸਕਦੇ ਆ ਉਹ ਦੁਨੀਆ ਦਾ ਬਾਦਸ਼ਾਹ ਬਣਨ ਵਾਲਿਆ, ਜਿੱਦਣ ਤੂੰ ਮਰਨਾ ਨਾ, ਮਿਲਣੀ ਤੈਨੂੰ ਵੀ 3.5 ਹੱਥ ਹੀ ਹੈ। ਕਿੱਧਰ ਗਈ ਬਾਦਸ਼ਾਹੀ? ਕਿੱਧਰ ਗਈ ਮਲਕੀਅਤ? ਤੇ ਕਿੱਧਰ ਗਿਆ ਉਹ ਸਾਜੋ ਸਾਮਾਨ ਜਿਹੜਾ ਸਾਰੀ ਜ਼ਿੰਦਗੀ ਇਕੱਠਾ ਕਰਦਾ ਰਹਿ ਗਿਆ? ਜਿੱਦਣ ਸਿਕੰਦਰ ਮਰਿਆ ਸੀ, ਜਿੱਤੀ ਤੇ ਉਹਨੇ ਵੀ ਦੁਨੀਆ ਹੀ ਨਾ, ਤੇ 3.5 ਹੱਥ ਹੀ ਮਿਲੀ, ਵੱਧ ਤੋਂ ਵੱਧ ਪੌਣੇ 4 ਲੈ ਗਿਆ ਹੋਏਗਾ। ਕਿਉਂ? ਦੁਨੀਆ ਜਿੱਤਣ ਵਾਲਾ ਭਾਈ। ਹੋ ਸਕਦਾ ਉਹਦੇ ਸਿਪਾਹੀਆਂ ਨੇ, ਉਹਦੇ ਸੈਨਿਕਾਂ ਨੇ, ਉਹਦੇ ਪਰਿਵਾਰਕ ਮੈਂਬਰਾਂ ਨੇ ਕਹਿਤਾ ਹੋਵੇ, ਭਾਈ ਇਹਨੇ ਦੁਨੀਆ ਜਿੱਤੀ, ਇਹਨੂੰ ਪੌਣੇ 4 ਹੱਥ ਥਾਂ ਦੇ ਦਿਓ, ਕੋਈ ਗੱਲ ਨਹੀਂ, ਇਹਦੀ ਜਿਹੜੀ ਕਬਰ ਹੈ ਉਹ ਪੌਣੇ 4 ਹੱਥਾਂ 'ਚ ਬਣਾ ਦਿਓ। ਤੇ ਉਹ ਜਾਂਦਾ ਜਾਂਦਾ ਉਹ ਵੀ ਕਹਿ ਕੇ ਗਿਆ ਸੀ ਵੀ ਜਦੋਂ ਮੈਂ ਮਰਾਂ ਤੇ ਮੇਰੀ ਆਖਰੀ ਇੱਛਾ ਵੀ ਮੇਰੇ ਹੱਥ ਮੇਰੇ ਕਫਨ 'ਚੋਂ ਬਾਹਰ ਰੱਖੇ ਜਾਣ। ਦੁਨੀਆ ਨੂੰ ਪਤਾ ਲੱਗੇ ਦੁਨੀਆ ਜਿੱਤਣ ਵਾਲਾ ਵੀ ਜਿੱਤਣ ਗਿਆ ਸੀ, ਖਾਲੀ ਹੱਥੀਂ ਗਿਆ। ਸੰਸਾਰ ਨੂੰ ਪਤਾ ਲੱਗੇ, ਆਲ ਵਰਲਡ ਇਹ ਗੱਲ ਨੂੰ ਜਾਣੇ ਵੀ ਜਿੰਨੇ ਦੁਨੀਆ ਜਿੱਤੀ ਸੀ ਨਾ, ਸਿਕੰਦਰ ਦੇ ਨਾਮ ਤੋਂ ਦੁਨੀਆ ਖੌਫ ਖਾਂਦੀ ਸੀ। ਦੁਨੀਆ ਜਿੱਤਣ ਵਾਲਾ ਵੀ ਜਿੱਦਣ ਗਿਆ ਉਦਣ ਹੱਥ ਵਿੱਚ ਕੁਝ ਨਹੀਂ ਸੀ, ਉਹਦੇ ਵੀ ਖਾਲੀ ਸੀ, ਪੈਰ ਵੀ ਨੰਗੇ ਸਨ, ਕੁਝ ਨਹੀਂ ਲੈ ਕੇ ਗਿਆ। ਤੇ ਜੇ ਦੁਨੀਆ ਜਿੱਤਣ ਵਾਲਾ ਖਾਲੀ ਹੱਥੀ ਨੰਗੇ ਪੈਰੀਂ ਗਿਆ, ਸੱਜਣਾ ਤੂੰ ਕੀ ਕੁਝ ਲਈ ਬੈਠਾ?
ਕਾਰਜ 3.5 ਹੱਥ। ਬਸ ਆ ਜੇ ਜਿਹੜੀ ਅਸਲ ਚੀਜ਼ ਹੈ ਨਾ ਮਿਲਣੀ, ਉਹ ਆ ਹੈ ਕਾਰਜ 3.5 ਹੱਥ। ਜਿਹੜੀ ਕੰਮ ਦੀ ਹੈ ਨਾ ਉਹ 3.5 ਹੱਥ ਹੀ ਹੈ। ਘਣੀ, ਹਾਂ ਭਾਈ ਜੇ ਘਣੀ ਤੇਰੇ ਕੋਲ ਤਾਂ 4.25। ਸੱਚ ਜੇ ਆ, ਬਾਕੀ ਚਾਹੇ ਅਸੀਂ ਜਿੱਡੀ ਮਰਜ਼ੀ ਮਲਕੀਅਤ ਦੇ ਮਾਲਕ ਹੋਈਏ, ਜ਼ਿੰਦਗੀ 'ਚ ਅਸੀਂ ਬਹੁਤ ਕੁਝ, ਬੜੀ ਪ੍ਰਾਪਰਟੀ ਬਣਾਈ, ਬਹੁਤ ਕੁਝ ਇਕੱਠਾ ਕੀਤਾ, ਇਹਦੇ 'ਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਬੰਦਾ ਪ੍ਰਾਪਰਟੀ ਨਹੀਂ ਬਣਾਉਂਦਾ। ਬਹੁਤ ਕੁਝ ਇਕੱਠਾ ਕੀਤਾ, ਬੜਾ ਕੁਝ ਬਣਾਇਆ, ਪਰ ਸੱਜਣਾ ਸੱਚ ਇਹ ਹੈ, ਅੱਜ ਮਰ ਜਾ ਭਾਵੇਂ ਕੱਲ ਮਰ ਜਾਈ, ਮਿਲਣੀ 3.5 ਤੋਂ 4.25 ਹੱਥ ਦੇ ਵਿੱਚ ਹੀ ਹੈ। ਇਦੋਂ ਵੱਧ ਨਹੀਂ ਉਹ ਮਿਲਣੀ। ਆਮ ਪਰਸਨ ਮਰਦਾ, ਉਹਨੂੰ 3.5 ਹੱਥ ਮਿਲ ਜਾਂਦੀ ਹੈ। ਕੋਈ ਖਾਸ ਜਿਵੇਂ ਕਹਿ ਲਈਏ ਵੀ ਸਰੀਰ ਕਰਕੇ ਬਲਵਾਨ ਸੀ ਜੀ, ਆਕਾਰ ਲੰਮਾ ਚੌੜਾ ਸੀ, ਉਹਨੂੰ 4.25। ਇਹ ਤੋਂ ਵੱਧ ਨਹੀਂ ਕਿਸੇ ਨੂੰ ਮਿਲੀ। ਤੇ ਉਹ ਕਹਿ ਸਕਦੇ ਸਾਂ ਵੀ ਪਹਿਲੋਂ ਸਮਾਂ ਸੀ ਜਦੋਂ ਕਬਰ ਦਿੱਤੀ ਜਾਂਦੀ ਸੀ। ਪਹਿਲੋਂ ਸਮਾਂ ਸੀ ਜਦੋਂ ਕਬਰ ਦਿੱਤੀ ਜਾਂਦੀ ਸੀ, ਤੇ ਕਬਰ ਜਿੱਥੇ ਬਣ ਜਾਂਦੀ ਸੀ ਨਾ, ਇੱਕ ਥਾਂ ਤੇ ਇੱਕੋ ਮੁਰਦਾ ਦਫਨਾਇਆ ਜਾਂਦਾ ਸੀ। ਇੱਕ ਕਬਰ ਬਣ ਗਈ, ਉਹਦੇ 'ਚ ਇੱਕ ਮੁਰਦਾ ਦਫਨਾਤਾ, ਹੁਣ ਇਹ ਨਾਲ ਦੂਜੀ ਕਬਰ ਬਣਾਈ ਜਾ ਸਕਦੀ ਹੈ, ਪਰ ਉਸੇ ਥਾਂ ਤੇ ਦੂਜਾ ਬੰਦਾ ਨਹੀਂ ਸੀ ਦਫਨਾਇਆ ਜਾਂਦਾ। ਪਰ ਅੱਜ ਦੇ ਸਮੇਂ 'ਚ ਤੇ ਇਹ ਕੰਮ ਵੀ ਆ ਗਿਆ। ਇੱਕ ਦਿਨ 'ਚ ਕਿੰਨੀਆਂ ਮੌਤਾਂ ਹੁੰਦੀਆਂ। ਸ਼ਮਸ਼ਾਨ ਭੂਮੀਆਂ ਜਾ ਕੇ ਵੇਖੋ ਹਾਂ, ਇੱਕੋ ਥਾਂ ਤੇ ਸੜਨ ਵਾਲਾ ਬੰਦਾ ਜਿੱਥੇ ਸੜ ਗਿਆ ਇੱਕ, ਉਸੇ ਥਾਂ ਤੇ ਸਾਡੇ ਤੋਂ ਪਹਿਲੋਂ ਕਿੰਨੇ ਸੜੇ ਨਹੀਂ ਪਤਾ, ਸਾਡੇ ਤੋਂ ਬਾਅਦ 'ਚ ਕਿੰਨਿਆਂ ਨੇ ਸੜਨਾ ਇਹ ਵੀ ਨਹੀਂ ਪਤਾ। ਸਾਡੇ ਤੇ ਹੱਥ 'ਚ ਉਹ ਵੀ ਨਹੀਂ ਆਈ, 3.5 ਤੇ 4.25 ਵੀ ਨਹੀਂ ਮਿਲੀ, ਤੇ ਜੋੜੀ ਅਸੀਂ ਫਿਰ ਵੀ ਪਤਾ ਨਹੀਂ ਕਿੰਨੀਆਂ ਜਾਂਦੇ ਆ। ਇਮਾਰਤ ਕਿੱਡੀਆਂ ਬਣਾ ਲੀਆਂ ਅਸੀਂ। ਤੇ ਮਾਲਕ ਕਹਿੰਦੇ ਕਦੇ ਬਹਿ ਕੇ ਸੋਚ ਕੇ ਵਿਚਾਰ ਕਰਿਆ ਕਰ ਵੀ ਤੇਰੇ ਕੰਮ ਦੀ ਕਿੰਨੀ ਕੁ ਜ਼ਮੀਨ ਹੈ, ਤੂੰ ਕਿੰਨਾ ਕੁ ਆਪਣੇ ਕੰਮ ਜੋਗਾ ਤੂੰ ਕਿੰਨਾ ਕੁ ਕੁਛ ਇਕੱਠਾ ਕੀਤਾ। ਠੀਕ ਹੈ, ਧਨ ਵੀ ਬਹੁਤ ਜੋੜਿਆ, ਵਸਤੂਆਂ ਵੀ ਬਹੁਤ ਜੋੜੀਆਂ, ਪ੍ਰਾਪਰਟੀ ਵੀ ਬਹੁਤ ਜੋੜੀ, ਜ਼ਮੀਨ ਜਾਇਦਾਦ ਵੀ ਬਹੁਤ ਬਣਾਈ। ਇਹ ਦੱਸ ਤੇਰੇ ਕੰਮ ਆਉਣ ਵਾਲੀ ਕਿੰਨੀ ਹੈ, ਜਿਹਦੇ ਤੇ ਦਾਅਵਾ ਕਰਕੇ ਕਹਿ ਸਕੇ ਵੀ ਆਹ ਧਨ ਤੇ ਆਹ ਪ੍ਰਾਪਰਟੀ ਮੈਂ ਆਪਣੀ ਨਾਲ ਲੈ ਕੇ ਜਾਣੀ ਜਿਹੜੀ ਮੈਂ ਬਣਾ ਲਈ। ਤੇ ਕਹਿਣਾ ਪਏਗਾ ਨਾ ਵੀ ਕੁਛ ਨਹੀਂ ਮਿਲਣਾ, ਓਏ ਜਿੰਨਾ ਮਰਜ਼ੀ ਜੋੜ ਲਾ। ਤੇ ਫਿਰ ਭਲਾ ਇਸੇ 'ਚ ਹੀ ਹੈ, ਸਮਾਜ ਤੇ ਰਹਿੰਦੇ ਆ, ਸੰਸਾਰ ਤੇ ਰਹਿੰਦੇ ਆ, ਜਿੱਥੇ ਅਸੀਂ ਧਨ ਪਦਾਰਥ ਜੋੜੇ, ਉੱਥੇ ਕੋਸ਼ਿਸ਼ ਕਰੀਏ ਕਿ ਅਸੀਂ ਸਹਾਇਤਾ ਕਰਨ ਤੋਂ ਕਦੇ ਗੁਰੇਜ਼ ਨਾ ਕਰੀਏ। ਕਿਉਂਕਿ ਜੋ ਨਾਲ ਜਾਣਾ ਨਾ, ਦੁਨੀ ਚੰਦ ਨੂੰ ਮਾਲਕ ਜੀ ਨੇ ਕਿਹਾ ਸੀ, ਦੁਨੀ ਚੰਦ ਗੁਰੂ ਨਾਨਕ ਸਾਹਿਬ ਨੇ, ਜਿਹੜੇ ਕੰਮ ਕਮਾ ਲੇਗਾ ਨਾ, ਕਰਮ ਕਮਾ ਲੇਗਾ ਤੇਰੇ, ਉਹ ਨਾਲ ਜਾਣਗੇ। ਤੇ ਆ ਜੋ ਕੁਛ ਤੂੰ ਜੋੜੀ ਬੈਠਾ ਇਹਨਾਂ 'ਚ ਕੁਛ ਨਹੀਂ ਜੋ ਤੇਰੇ ਨਾਲ ਜਾਣਾ। ਜੇ ਤੂੰ ਇਹ ਕਹਿਣਾ ਨਾ ਵੀ ਮਾਲਕ ਦੀ ਆ ਸੂਈ ਮੈਂ ਲੈ ਕੇ ਨਹੀਂ ਜਾ ਸਕਦਾ, ਤੇ ਫਿਰ ਗੁਰੂ ਨਾਨਕ ਸਾਹਿਬ ਨੇ ਕਿਹਾ ਹੀ ਸੀ ਨਾ, ਜਿਹੜਾ 7-8 ਲੱਖ ਜੋੜੀ ਬੈਠਾ ਇਹ ਕਿਹੜਾ ਤੇਰੇ ਨਾਲ ਜਾਣਾ। ਤੇਰੇ ਕਰਮ ਤੇਰੇ ਨਾਲ ਜਾਣਗੇ, ਤੇ ਤੂੰ ਕਰਮ ਚੰਗੇ ਕਮਾਇਆ ਕਰ। ਉਹ ਕਰਮ ਹੀ ਸਾਡੀ ਜ਼ਮੀਨ ਹੈ, ਉਹ ਕਰਮ ਹੀ ਸਾਡੀ ਜਾਇਦਾਦ ਹੈ, ਉਹ ਕਰਮ ਹੀ ਸਾਡਾ ਧਨ ਹੈ, ਉਹ ਕਰਮ ਹੀ ਸਾਡੀ ਦੌਲਤ ਹੈ। ਅਸੀਂ ਜਿੰਨੇ ਚੰਗੇ ਕਮਾ ਲਾਂਗੇ ਓਨੇ ਨਾਲ ਲੈ ਜਾਵਾਂਗੇ। ਜਿੰਨੇ ਜ਼ਿਆਦਾ ਚੰਗੇ ਕਰਮ ਹੋਣਗੇ ਓਨੇ ਹੀ ਜ਼ਿਆਦਾ ਅਸੀਂ ਰੱਬ ਦੀਆਂ ਨਜ਼ਰਾਂ 'ਚ ਧੰਨਵਾਨ ਹੋਵਾਂਗੇ। ਜਿੰਨੇ ਜ਼ਿਆਦਾ ਭਲੇ ਕਰਮ ਹੋਣਗੇ ਓਨੇ ਹੀ ਜ਼ਿਆਦਾ ਅਸੀਂ ਰੱਬ ਦੀਆਂ ਨਜ਼ਰਾਂ 'ਚ ਅਮੀਰਜ਼ਾਦੇ ਹੋਵਾਂਗੇ, ਸਾਡੀ ਜਾਇਦਾਦ ਜ਼ਿਆਦੀ ਹੋਏਗੀ। ਪਰ ਜੇ ਕਰਮ ਮਾੜੇ ਹੋਏ, ਸੰਸਾਰ ਦੀਆਂ ਨਜ਼ਰਾਂ 'ਚ ਜਾਇਦਾਦ ਧਨ ਦੌਲਤ ਬਹੁਤ ਹੋਇਆ, ਤੇ ਖਿਮਾ ਕਰਿਓ ਮੈਂ ਬਚਨ ਵਰਤਨ ਲੱਗਾ, ਜੇ ਰੱਬ ਦੀਆਂ ਨਜ਼ਰਾਂ 'ਚ ਕੰਗਾਲ ਆ, ਉਹਦੀਆਂ ਨਜ਼ਰਾਂ 'ਚ ਨਹੀਂ ਅਸੀਂ ਧੰਨਵਾਨ, ਦੁਨੀਆ ਦੀਆਂ ਨਜ਼ਰਾਂ 'ਚ ਧੰਨਵਾਨ ਆ, ਕਿਉਂਕਿ ਅਸੀਂ ਦੁਨਿਆਵੀ ਧਨ ਜੋੜਿਆ। ਪਰ ਰੱਬ ਦੀਆਂ ਨਜ਼ਰਾਂ 'ਚ ਅਸੀਂ ਕੰਗਾਲ ਆ, ਕਿਉਂਕਿ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਹੋਣ ਵਾਲਾ ਧਨ ਅਸੀਂ ਜੋੜ ਹੀ ਨਹੀਂ ਸਕੇ। ਤੇ ਭਗਤ ਜੀ ਨੇ ਅੱਜ ਆਖਿਆ, ਕਹਿੰਦੇ ਭਾਈ ਕਾਰਜ 3.5 ਹਾਥ ਘਣੀ ਤਾਂ 4.25, ਤੇਰੇ ਲੇਖੇ 'ਚ ਸੱਜਣਾ ਇੰਨੀ ਕੀ ਪੈਣੀ ਹੋ, ਚਾਹੇ ਤੂੰ ਜਿੰਨੀ ਮਰਜ਼ੀ ਜੋੜ ਲਾ, ਪਰ ਅਖੀਰ ਤੈਨੂੰ 3.5 ਤੇ ਜਾਂ
ਪੌਣੇ 4 ਹੀ ਮਿਲਣੀ ਹੈ। ਕਬੀਰ ਜੋ ਮੈਂ ਚਿਤਵ ਨਾ ਕਰੈ, ਕਿਆ ਮੇਰੇ ਚਿਤਵੇ ਹੋਏ। ਫਿਰ ਭਗਤ ਜੀ ਨੇ ਜਿਹੜਾ ਅੱਜ ਦਾ ਤੀਜਾ ਸ਼ਲੋਕ ਆਪਾਂ ਨੂੰ ਬਖਸ਼ਿਸ਼ ਕੀਤਾ, ਕਹਿੰਦੇ ਜੋ ਮੈਂ ਚਿਤਵੋਂ ਨਾ ਕਰੇ। ਮੈਂ ਜੋ ਸੋਚਦਾ ਰੱਬ ਉਹ ਨਹੀਂ ਕਰਦਾ। ਕਿਆ ਮੇਰੇ ਚਿਤਵੇ ਹੋਏ, ਮੇਰੇ ਚਿਤਵਿਆਂ ਫਿਰ ਹੋਣਾ ਕੀ? ਬੰਦਾ ਬਹੁਤ ਕੁਝ ਸੋਚਦਾ ਹੈ, ਤੇ ਉਹਨਾਂ ਸੋਚਾਂ ਦੇ ਵਿੱਚੋਂ ਇੱਕ ਸੋਚ ਬੰਦੇ ਦੀ ਇਹ ਵੀ ਹੈ, ਦੁਨੀਆ ਮਰ ਜੇ ਪਰ ਮੈਂ ਨਾ ਮਰਾਂ। ਤੇ ਹੁਣ ਜੇ ਰੱਬ ਪੂਰੀਆਂ ਕਰਨ ਤੇ ਆ ਰਹੇ ਆ ਤਾਂ ਸਾਰੇ ਹੀ ਸੋਚਦੇ ਨੇ ਦੁਨੀਆ ਮਰ ਜੇ ਮੈਂ ਨਾ ਮਰਾਂ। ਫਿਰ ਨਾਲ ਇਹ ਵੀ ਹੁੰਦਾ ਜਦੋਂ ਦੁਨੀਆ ਮੁੱਕ ਜਾਏਗੀ ਮੈਂ ਨਾ ਮਰਿਆ, ਫਿਰ ਮੈਂ ਆਪਣੀ ਮਰਜ਼ੀ ਨਾਲ ਕੰਟਰੀ 'ਚ ਜਾਵਾਂਗਾ ਜਿਹੜੀ 'ਚ ਮਰਜ਼ੀ, ਤੇ ਘਰ ਵੀ ਆਪਣੀ ਮਰਜ਼ੀ ਦਾ ਮੱਲਾਂਗਾ। ਤੇ ਕੀ ਹੋ ਗਿਆ ਇਦਾਂ? ਭਗਤ ਫਰੀਦ ਸਾਹਿਬ ਦਾ ਇੱਕ ਪਾਵਨ ਬਚਨ ਹੈ, ਆਪ ਦੀਆਂ ਰਸਨਾਵਾਂ ਤੇ ਰਹਿੰਦਾ। ਫਰੀਦਾ ਦਰਿਆਵੈ ਕੰਨੇ ਬਗੁਲਾ, ਬੈਠਾ ਕੇਲ ਕਰੇ। ਕੇਲ ਕਰਿੰਦੇ ਹੰਝ ਨੋ ਅਚਿੰਤੇ ਬਾਜ ਪਏ। ਬਾਜ ਪਏ ਤਿਸ ਰੱਬ ਦੇ, ਕੇਲਾਂ ਵਿਸਰੀਆਂ ਜੋ ਮਨ ਚਿਤ ਨਾ ਚੇਤੇ ਸਨ। ਸੋ ਗੱਲ ਨਹੀਂ ਰੱਬ ਕੀਆਂ, ਰੱਬ ਨੇ ਉਹ ਗੱਲਾਂ ਕਰਕੇ ਵਿਖਾਈਆਂ ਜਿਹੜੀਆਂ ਬੰਦੇ ਨੇ ਕਦੇ ਸੋਚੀਆਂ ਵੀ ਨਹੀਂ ਸੀ। ਬੰਦਾ ਸੋਚਦਾ ਕੀ ਹੈ ਤੇ ਹੁੰਦਾ ਕੀ ਹੈ। ਪਲੈਨਿੰਗ ਕੁਝ ਹੋਰ ਹੈ, ਯੋਜਨਾ ਸਾਰੀਆਂ ਹੀ ਫੇਲ ਹੋ ਜਾਂਦੀਆਂ ਨੇ, ਪਲੈਨਿੰਗਾਂ ਸਾਰੀਆਂ ਹੀ ਫੇਲ ਹੋ ਜਾਂਦੀਆਂ ਜਦੋਂ ਰੱਬ ਕਰਨ ਤੇ ਆਉਂਦਾ ਹੈ। ਤਕਰੀਬਨ ਆਪਾਂ ਕਹਿ ਸਕਦੇ ਹਾਂ ਵੀ 1.5 ਮਹੀਨਿਆਂ ਤੋਂ ਆਪਾਂ ਆਪਣੇ ਘਰਾਂ 'ਚ ਬੈਠੇ ਹਾਂ। ਕੀ ਸੀ ਪਲੈਨਿੰਗ ਕੋਈ ਇਦਾਂ ਦੀ ਵੀ ਸਾਨੂੰ ਘਰਾਂ 'ਚ ਬਹਿਣਾ ਪੈਣਾ? ਅਸੀਂ ਤੇ ਇਹ ਸੋਚ ਕੇ ਬੈਠੇ ਸਾਂ ਵੀ ਆਉਣ ਵਾਲੇ ਦਿਨਾਂ 'ਚ ਆਹ ਕੁਝ ਅਸੀਂ ਕਰ ਲੈਣਾ, ਇੰਨਾ ਕੁ ਕੁਝ ਸਾਡੇ ਕਾਰਜ ਕਰਨ ਵਾਲੇ ਇਹ ਵੀ ਨਿਬੜ ਜਾਣੇ ਨੇ, ਪਰ ਉਹ ਸਾਰਾ ਕੁਝ ਹੀ ਰੁਕ ਗਿਆ। ਜਿੰਨੀਆਂ ਪਲੈਨਿੰਗਾਂ ਸਨ, ਜੋ ਅਸੀਂ ਯੋਜਨਾਵਾਂ ਬਣਾਈਆਂ ਸੀ, ਸਾਰੀਆਂ ਹੀ ਰੁਕ ਗਈਆਂ। ਆ ਰੱਬ ਨੇ ਕੀਤਾ ਜੇ ਹੁਣ ਜੋ ਬੰਦੇ ਨੇ ਸੋਚਿਆ ਵੀ ਨਹੀਂ ਸੀ। ਤੇ ਜਿਹੜੇ ਹਾਂ ਠੀਕ ਹੈ, ਇਹਦੇ 'ਚ ਅਸੀਂ ਕੋਈ ਦੋ ਰਾਵਾਂ ਨਹੀਂ ਕਹਿ ਸਕਦੇ, ਜਿਨ੍ਹਾਂ ਦੀ ਮੌਤ ਵੀ ਹੋ ਰਹੀ ਹੈ, ਸੋਚਿਆ ਤੇ ਉਹਨਾਂ ਨੇ ਵੀ ਨਹੀਂ ਸੀ ਵੀ ਅਸੀਂ ਮਰ ਜਾਣਾ, ਤੇ ਆ ਨਾ ਮੁਰਾਦ ਭਿਆਨਕ ਬਿਮਾਰੀ ਨਾਲ ਮਰਾਂਗੇ ਅਸੀਂ, ਸੋਚਿਆ ਤੇ ਉਹਨਾਂ ਵੀ ਨਹੀਂ ਸੀ। ਜਾਂ ਘਰੋਂ ਤੁਰਨ ਲੱਗਿਆ ਇਨਸਾਨ ਕਦੇ ਇਹ ਸੋਚ ਕੇ ਨਹੀਂ ਤੁਰਦਾ ਵੀ ਮੈਂ ਮੁੜਨਾ ਨਹੀਂ ਹੈ। ਕੀ ਸੋਚ ਕੇ ਜਾਂਦਾ? ਆ ਸਵੇਰੇ ਚੱਲਿਆ ਸ਼ਾਮੀ ਘਰੇ ਆ ਜਾਣਾ, ਆਹੀ ਸੋਚ ਕੇ ਤੁਰਦਾ ਨਾ ਘਰੋਂ। ਜਾਂ ਸਵੇਰੇ ਤੁਰਿਆ ਆ 2 ਘੰਟਿਆਂ ਨੂੰ ਮੈਂ ਘਰੇ ਵਾਪਸ ਆ ਜਾਣਾ, ਪਰ ਪਤਾ ਨਹੀਂ 2 ਘੰਟਿਆਂ 'ਚ ਕੀ ਹੋ ਜਾਣਾ। 2 ਘੰਟੇ ਨੇ 120 ਮਿੰਟ ਨੇ, 120 ਮਿੰਟਾਂ 'ਚ ਕੀ ਹੋ ਜਾਣਾ। ਤੇ ਇਹ ਵੀ ਕਹਿ ਸਕਦੇ ਆ ਘਰੋਂ ਤੇ ਜਾਂਦਾ ਮੈਂ ਆ 5 ਮਿੰਟਾਂ 'ਚ ਮੁੜਿਆ ਆਇਆ, ਪਰ ਪਤਾ ਵੀ 5 'ਚ ਮੁੜ ਆਉਣਾ। ਬੰਦਾ ਜੋ ਚਿਤਵਦਾ ਰੱਬ ਉਹ ਕਰੇ, ਕਦੇ ਨਹੀਂ ਜੇ ਹੁੰਦਾ। ਜੋ ਮੈਂ ਚਿਤਵੋਂ, ਭਗਤ ਜੀ ਕਹਿੰਦੇ ਜੋ ਮੈਂ ਚਿਤਵਿਆ ਨਾ ਕਰੇ, ਉਹ ਨਹੀਂ ਕਰਦਾ ਰੱਬ। ਕਿਆ ਮੇਰੇ ਚਿਤਵੇ ਹੋਏ, ਫਿਰ ਮੇਰੇ ਚੇਤੇ ਕਰਨ ਦਾ ਫਾਇਦਾ ਹੀ ਨਹੀਂ ਕੋਈ, ਜਦੋਂ ਮੈਨੂੰ ਪਤਾ ਵੀ ਮੈਂ ਜੋ ਮਰਜ਼ੀ ਚਿਤਵਲਾਂ ਰੱਬ ਨੇ ਨਹੀਂ ਕਰਨਾ। ਰੱਬ ਉਹ ਕਰੇਗਾ ਜੋ ਰੱਬ ਨੂੰ ਭਾਏਗਾ। ਇਸੇ ਕਰਕੇ ਬਾਬੇ ਨਾਨਕ ਜੀ ਨੇ ਪਹਿਲਾਂ ਹੀ, ਕਿਉਂਕਿ ਸਾਡਾ ਜਿਹੜਾ ਬੇਸ ਹੈ ਨਾ, ਸਾਡੀ ਜਿਹੜੀ ਨੀਂਹ ਹੈ, ਬਾਬੇ ਨਾਨਕ ਨੇ ਜਪਜੀ 'ਚ ਰੱਖ ਦਿੱਤੀ ਸੀ, ਸੱਜਣਾ ਇਹ ਪੱਕਿਆਂ ਕਰਕੇ ਚੱਲ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸਾਡਾ ਬੇਸ ਤੇ ਬਾਬੇ ਨਾਨਕ ਨੇ ਇੰਨਾ ਪੱਕਾ ਕੀਤਾ, ਜੇ ਕਿਤੇ ਅਸੀਂ ਜਪਜੀ ਸਮਝ ਲੈਂਦੇ ਨਾ, ਤੇ ਕਹਿ ਸਕਦੇ ਆ ਜ਼ਿੰਦਗੀ 'ਚ ਕਿਸੇ ਵੀ ਥਾਂ ਤੇ ਅਸੀਂ ਡੋਲਦੇ ਨਾ। ਜੇ ਕਿਤੇ ਜਪਜੀ ਹੋਈ ਸਾਡੇ ਸਮਝ ਵਿੱਚ ਆ ਜਾਂਦਾ ਤੇ ਅਸੀਂ ਜੀਵਨ 'ਚ ਧਾਰ ਲੈਂਦੇ। ਜਪਜੀ ਦੇ ਧਾਰਨੀ ਕਿਤੇ ਬਣ ਜਾਂਦੇ ਨਾ, ਤੇ ਅਸੀਂ ਕਦੇ ਵੀ ਆਪਣੀ ਜ਼ਿੰਦਗੀ 'ਚ ਕਿਸੇ ਥਾਂ ਤੇ ਮਾਰ ਨਹੀਂ ਸੀ ਖਾਂਦੇ,
ਤੇ ਜ਼ਿੰਦਗੀ ਦਾ ਕੋਈ ਪਹਿਲੂ ਨਹੀਂ ਸੀ ਜਿਸ ਥਾਂ ਅਸੀਂ ਜਾ ਕੇ ਡੋਲ ਜਾਂਦੇ, ਕਿਉਂਕਿ ਬਾਬੇ ਨਾਨਕ ਨੇ ਸਾਡੀ ਨੀਂਹ ਬੜੀ ਮਜ਼ਬੂਤ ਰੱਖੀ ਹੈ। ਪਰ ਹੋਇਆ ਕੀ, ਨਾ ਸਾਨੂੰ ਉਹ ਸਮਝ ਆਇਆ ਤੇ ਨਾ ਅਸੀਂ ਕਦੇ ਸਮਝਣ ਦੀ ਕੋਸ਼ਿਸ਼ ਹੀ ਕੀਤੀ ਹੈ, ਯਤਨ ਨਹੀਂ ਕੀਤਾ। ਤੇ ਭਗਤ ਕਬੀਰ ਸਾਹਿਬ ਨੇ ਅੱਜ ਬੜੇ ਪਿਆਰ ਨਾਲ ਸਮਝਾਇਆ, ਕਹਿੰਦੇ ਮੇਰੇ ਚਿਤਵਿਆਂ ਹੋਣਾ ਕੀ ਹੈ, ਕਿਉਂਕਿ ਮੈਂ ਤੇ ਚਿਤਵ ਕੇ ਕੁਝ ਘਰੋਂ ਹੋਰ ਤੁਰਦਾ, ਪਰ ਅੱਗੋਂ ਕੋਈ ਹੋਰ ਹੀ ਤਰ੍ਹਾਂ ਦੇ ਹਾਲਾਤ ਜਿਹੜੇ ਉਹ ਮੇਰਾ ਇੰਤਜ਼ਾਰ ਪਏ ਕਰਦੇ ਹੁੰਦੇ। ਮੈਂ ਤੇ ਸੋਚ ਕੇ ਜਾਣਾ ਮੈਂ ਸੱਜੇ ਪਾਸੇ ਨੂੰ ਜਾਣਾ, ਪਰ ਹਾਲਾਤ ਕੁਝ ਹੋਰ ਹੀ ਬਣ ਜਾਂਦੇ, ਉਹ ਖੱਬੇ ਪਾਸੇ ਨੂੰ ਲੈ ਜਾਂਦੇ ਨੇ। ਮਤਾ ਕਰੇ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ। ਇਹ ਤੇ ਰੱਬ ਦੀ ਮਰਜ਼ੀ ਨਾ, ਉਹਨੇ ਕਿਹੜੇ ਪਾਸੇ ਲੈ ਜਾਣਾ। ਦਾਵਾ ਨਹੀਂ ਅਸੀਂ ਕੁਝ ਵੀ ਕਰ ਸਕਦੇ ਵੀ ਮੈਂ ਆ ਚਿਤਵਿਆ ਸੀ ਤੇ ਇਦਾਂ ਹੀ ਹੋਏਗਾ, ਕਿਉਂਕਿ ਜੋ ਮੈਂ ਚਿਤਵਿਆ ਉਹ ਰੱਬ ਨੂੰ ਹੋ ਸਕਦਾ ਨਾ ਭਾਉਂਦਾ ਹੋਵੇ, ਤੇ ਜੇ ਰੱਬ ਨੂੰ ਨਾ ਭਾਉਂਦਾ ਹੋਇਆ ਉਹ ਹੋ ਨਹੀਂ ਸਕਦਾ। ਹੋਵੇਗਾ ਉਹੀ ਜੋ ਰੱਬ ਨੂੰ ਭਾਏਗਾ। ਆਪਣਾ ਚਿਤਵਿਆ ਹਰ ਕਰੈ, ਜੋ ਮੇਰੇ ਚਿਤ ਨਾ ਹੋਏ। ਕਿਉਂਕਿ ਹਰੀ ਜੋ ਕਰਦਾ ਉਹ ਉਹਦੇ ਚਿੱਤ ਵਿੱਚ ਹੈ, ਤੇ ਜੋ ਹਰੀ ਦੇ ਚਿੱਤ ਵਿੱਚ ਹੈ ਉਹ ਮੇਰੇ ਚਿੱਤ 'ਚ ਕਦੇ ਵੀ ਨਹੀਂ ਹੁੰਦਾ। ਦੋ ਤਰ੍ਹਾਂ ਦੇ ਇਨਸਾਨ ਜਿਹੜੇ ਦੁਨੀਆ ਤੇ ਜਿਉਂਦੇ ਨੇ, ਇੱਕ ਭਗਤ ਤੇ ਇੱਕ ਸਾਕਤ। ਸਾਕਤ ਬੰਦਾ ਚਾਹੁੰਦਾ ਹੈ ਜੋ ਮੈਂ ਚਿਤਵਿਆ ਰੱਬ ਉਹ ਕਰੇ, ਤੇ ਭਗਤ ਬੰਦੇ ਦੀ ਸੋਚ ਹੈ ਜੋ ਰੱਬ ਕਰਦਾ ਮੇਰੇ ਲਈ ਉਹੀ ਚੰਗਾ ਹੈ। ਆ ਫਰਕ ਜੇ, ਇੱਕ ਸਾਕਤ ਰੱਬ ਨਾਲੋਂ ਟੁੱਟੇ ਤੇ ਰੱਬ ਨਾਲ ਜੁੜੇ ਵਿੱਚ। ਰੱਬ ਨਾਲ ਜੁੜਿਆ ਬੰਦਾ ਕਹਿੰਦਾ ਰੱਬ ਨੇ ਜੋ ਕਰਨਾ ਭਲਾ ਹੀ ਭਲਾ, ਮੇਰੇ ਲਈ ਚੰਗਾ ਹੀ ਚੰਗਾ ਹੈ। ਰੱਬ ਨਾਲੋਂ ਟੁੱਟਿਆ ਜਿਹੜਾ ਉਹ ਕਹਿੰਦਾ ਜੋ ਮੈਂ ਚਿਤਵਾਂ ਰੱਬ ਉਹ ਕਰੇ। ਹੁੰਦਾ ਕੀ ਹੈ, ਜੋ ਰੱਬ ਨੂੰ ਚੰਗਾ ਲੱਗਦਾ ਹੈ ਉਹ ਸਾਕਤ ਬੰਦੇ ਨੂੰ ਕਦੇ ਚੰਗਾ ਨਹੀਂ ਲੱਗਦਾ। ਰੱਬ ਨਾਲੋਂ ਟੁੱਟੇ ਬੰਦੇ ਨੇ ਸੋਚਣਾ ਵੀ ਮੈਂ ਤੇ ਸੋਚਿਆ ਸੀ ਇਦਾਂ ਹੋਵੇ, ਪਰ ਰੱਬ ਨੇ ਤੇ ਕੁਝ ਹੋਰ ਹੀ ਕਰਤਾ। ਤੇ ਹੁਣ ਰੱਬ ਦਾ ਭਗਤ ਜੋ ਰੱਬ ਨੇ ਕਰਨਾ ਉਹਦੇ 'ਚ ਹੀ ਭਲਾ, ਉਹ ਖੁਸ਼ ਹੈ, ਪ੍ਰਸੰਨ ਹੈ ਉਹਦੇ 'ਚ। ਪਰ ਬਾਣੀ ਨੇ ਇਸ ਗੱਲ ਦੀ ਵੀ ਪ੍ਰੋੜਤਾ ਕੀਤੀ, ਜੇ ਰੱਬ ਕਰਦਾ ਹੀ ਉਹ ਕੁਛ ਹੈ ਜੋ ਉਹਦੇ ਭਗਤ ਨੂੰ ਪਾਉਂਦਾ ਹੈ। ਅਸੀਂ ਚਾਹੁੰਦੇ ਹਾਂ ਰੱਬ ਸਾਡਾ ਚਿਤਵਿਆ ਕਰੇ, ਪਰ ਰੱਬ ਕੀ ਕਰਦਾ ਜੋ ਉਹਦੇ ਚਿੱਤ ਵਿੱਚ ਹੈ, ਤੇ ਜੋ ਉਹ ਕਰਦਾ ਉਹਦੇ ਭਗਤ ਨੂੰ ਭਾਉਂਦਾ ਹੈ, ਚਾਹੇ ਉਹ ਭਗਤ ਦੇ ਚਿੱਤ ਵਿੱਚ ਹੋਵੇ ਤੇ ਭਾਵੇਂ ਨਾ ਹੋਵੇ। ਪਰ ਬਾਣੀ ਕਹਿੰਦੀ ਆ ਰੱਬ ਉਹ ਕੁਛ ਹੀ ਕਰਦਾ ਜੋ ਉਹਦੇ ਭਗਤ ਦੇ ਚਿੱਤ ਵਿੱਚ ਹੁੰਦਾ ਹੈ। ਕਿਉਂਕਿ ਭਗਤ ਦੇ ਚਿੱਤ ਵਿੱਚ ਨਾ ਜਦੋਂ ਵੀ ਹੋਏਗਾ ਸਮਾਜ ਨੂੰ ਲੈ ਕੇ ਭਲੇ ਦੀ ਗੱਲ ਹੀ ਹੋਏਗੀ, ਤੇ ਸਾਕਤ ਦੇ ਚਿੱਤ 'ਚ ਜਦੋਂ ਵੀ ਹੋਏਗਾ ਆਪਣੇ ਭਲੇ ਦੀ ਹੋਏਗੀ। ਸਮਾਜ ਲਈ ਤੇ ਕਦੇ ਭਲਾ ਸੋਚ ਹੀ ਨਹੀਂ ਸਕਦਾ। ਤੇ ਅਕਸਰ ਆਪ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਆ, ਜਿੱਥੇ ਬਾਬੇ ਨੇ ਸਾਨੂੰ ਬਾਣੀ 'ਚ ਉਪਦੇਸ਼ ਦਿੱਤਾ ਕਿ ਰੱਬ ਅੱਗੇ ਅਰਦਾਸ ਕਰਿਆ ਕਰ ਦੋਵੇਂ ਹੱਥ ਜੋੜ ਕੇ, ਤੇ ਖਿਆਲ ਕਰੀ ਅਰਦਾਸ ਦੇ ਬੋਲ ਉਹ ਹੋਣ ਜਿਹੜੇ ਰੱਬ ਨੂੰ ਭਾ ਜਾਣ, ਉਹ ਨਾ ਹੋਣ ਜਿਹੜੇ ਤੈਨੂੰ ਚੰਗੇ ਲੱਗਦੇ ਨੇ। ਜਿਹਨੂੰ ਆਪਾਂ ਬਾਣੀ 'ਚ ਪੜ੍ਹਦੇ, ਦੋਏ ਕਰ ਜੋਰ ਕਰੋ ਅਰਦਾਸ ਤੁਧ ਭਾਵੈ। ਗੱਲ ਆ ਖੜੀ ਜੇ, ਬਸ ਇੱਥੇ ਖੜੀ ਹੈ ਸਾਰੀ ਗੱਲ। ਤੁਧ ਭਾਵੈ ਤਾਂ ਆਣੇ ਰਾਸ। ਅਰਦਾਸ ਮੈਂ ਕਰ ਰਿਹਾ ਰੱਬਾ, ਪਰ ਉਹ ਅਰਦਾਸ ਪੂਰੀ ਤਾਂ ਹੋਏਗੀ ਜੇ ਤੁਧ ਭਾਵੈ, ਜੇ ਤੈਨੂੰ ਚੰਗੀ ਲੱਗ ਜਾਏ, ਨਹੀਂ ਤੇ ਉਹ ਅਰਦਾਸ ਕਦੇ ਪੂਰੀ ਨਹੀਂ ਹੋਣੀ। ਤੇ ਹੁਣ ਆਪਣੇ ਹੀ ਮਨਾਂ 'ਚ ਝਾਤ ਮਾਰ ਕੇ ਵੇਖ ਲਓ, ਅੱਜ ਤੱਕ ਸਾਡੀਆਂ ਕਿੰਨੀਆਂ ਅਰਦਾਸਾਂ ਪੂਰੀਆਂ ਹੋਈਆਂ ਤੇ ਕਿੰਨੀਆਂ ਨਹੀਂ। ਜਿੰਨੀਆਂ ਪੂਰੀਆਂ ਹੋਈਆਂ ਕਹਿ ਸਕਦੇ ਹੋ ਰੱਬ ਨੂੰ ਭਾ ਗਈਆਂ, ਰੱਬ ਨੇ ਪੂਰੀਆਂ ਕਰਤੀਆਂ। ਤੇ ਜਿਹੜੀਆਂ ਨਹੀਂ ਪੂਰੀਆਂ ਹੋਈਆਂ ਨਾ, ਉਹ ਰੱਬ ਨੂੰ ਭਾਈਆਂ ਨਹੀਂ, ਰੱਬ ਨੇ ਕੀਤੀਆਂ ਵੀ ਨਹੀਂ। ਤੇ ਜਿਹੜੀਆਂ ਹੁਣ ਪੂਰੀਆਂ ਨਹੀਂ ਨਾ ਹੋਈਆਂ, ਉਹਨਾਂ ਨੂੰ ਵਿਚਾਰ ਕੇ ਵੇਖੀਏ ਉਹਨਾਂ 'ਚ ਕਿਹੜੀ ਚੀਜ਼ ਸੀ ਜਿਹੜੀ ਰੱਬ ਨੂੰ ਨਹੀਂ ਭਾਈ।
ਤੇ ਨਤੀਜਾ ਨਿਕਲੇਗਾ ਕਿਤੇ ਨਾ ਕਿਤੇ ਵੀ ਉਹਦੇ 'ਚ ਮੇਰਾ ਤੇ ਭਲਾ ਸੀ, ਸਮਾਜ ਦਾ ਨੁਕਸਾਨ ਸੀ। ਰੱਬ ਨੇ ਤਾਂ ਕਰਕੇ ਨਹੀਂ ਪੂਰੀ ਕੀਤੀ। ਤੇ ਮੈਂ ਅਰਦਾਸ ਕਰਨ ਲੱਗਿਆਂ ਕਰਕੇ ਕਿਹਾ ਸੀ, ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਜੇ ਸਰਬੱਤ ਦਾ ਭਲਾ ਮੰਗ ਰਿਹਾ ਨਾ, ਤੇ ਫਿਰ ਚੇਤੇ ਰੱਖਿਓ ਅਰਦਾਸ ਉਹੀ ਪ੍ਰਵਾਨ ਹੋਣੀ ਜਿਹੜੀ ਸਰਬੱਤ ਦੇ ਭਲੇ ਲਈ ਹੋਏਗੀ। ਅਸੀਂ ਆਪਣੇ ਕਾਰਜਾਂ ਵਾਸਤੇ ਅਰਦਾਸ ਕਰਨੀ ਹੈ, ਇਹਦੇ 'ਚ ਕੋਈ ਦੋ ਰਾਵਾ ਨਹੀਂ, ਪਰ ਆਪਣੇ ਕਾਰਜਾਂ ਲਈ ਅਰਦਾਸ ਕਰਦਿਆਂ ਇੰਨਾ ਕੁ ਖਿਆਲ ਰੱਖੀਏ ਵੀ ਜਿਹੜਾ ਕਾਰਜ ਮੈਂ ਕਰਨ ਲੱਗਿਆ ਕਿ ਉਸ ਕਾਰਜ ਵਿੱਚ ਮੇਰੇ ਭਲੇ ਦੇ ਨਾਲ ਨਾਲ ਸਮਾਜ ਦਾ ਭਲਾ ਹੈ। ਜੇ ਤੇ ਸਮਾਜ ਦਾ ਭਲਾ, ਤੇ ਫਿਰ ਦਾਵਾ ਜੇ ਕਿ ਗੁਰੂ ਨਾਨਕ ਸਾਹਿਬ ਉਹ ਅਕਾਲ ਪੁਰਖ ਅਰਦਾਸ ਜ਼ਰੂਰ ਪ੍ਰਵਾਨਣਗੇ, ਪਰ ਜੇ ਆਪਣਾ ਹੀ ਭਲਾ ਤੇ ਸਮਾਜ ਦਾ ਨੁਕਸਾਨ ਹੈ, ਤੇ ਫਿਰ ਵੀ ਦਾਵਾ ਜੇ ਉਹ ਅਰਦਾਸ ਕਦੇ ਪੂਰੀ ਨਹੀਂ ਹੋਏਗੀ। ਕਿਉਂਕਿ ਅਸੀਂ ਉੱਥੇ ਸਮਾਜ ਦਾ ਨੁਕਸਾਨ ਤੇ ਆਪਣਾ ਭਲਾ ਸੋਚ ਕੇ ਬੈਠੇ ਸਾਂ। ਤੇ ਕਾਰਜ ਹਮੇਸ਼ਾ ਉਹ ਹੁੰਦਾ ਜਿੱਧਰ ਵੋਟਿੰਗ ਵੱਧ ਹੋਵੇ। ਕੰਮ ਤੇ ਉਹੀ ਹੁੰਦਾ ਨਾ ਜਿੱਧਰ ਜ਼ਿਆਦਾ ਲੋਕ ਖੜੋਤੇ ਹੋਣ, ਤੇ ਜਿੱਧਰ ਘੱਟ ਹੋਣ ਉਹ ਨਹੀਂ ਹੁੰਦਾ। ਇੱਕ ਬੰਦਾ ਬਿਮਾਰ ਹੈ, ਉਹਨੂੰ ਰੋਗ ਵੀ ਛੂਤ ਦਾ ਲੱਗਾ ਹੋਵੇ, ਤੇ ਰੋਗ ਦਾ ਇਲਾਜ ਵੀ ਕੋਈ ਨਹੀਂ। ਜਿਵੇਂ ਅੱਜ ਦੇ ਸਮੇਂ 'ਚ ਕਹਿ ਸਕਦੇ ਹਾਂ, ਜੋ ਹਾਲਾਤ ਬਣੇ, ਤੇ ਹੁਣ ਡਾਕਟਰਸ ਇਹ ਥੋੜੀ ਕਰਦੇ ਨੇ ਵੀ ਸਾਰੇ ਲੋਕਾਂ ਨੂੰ ਕਹੋ ਵੀ ਤੁਸੀਂ ਹਸਪੀਟਲਾਂ 'ਚ ਆ ਜਾਓ ਤੇ ਜਿਹੜਾ ਰੋਗੀ ਉਹਨੂੰ ਘਰੇ ਬਿਠਾ ਦਿਓ, ਉਹ ਤੁਰਿਆ ਫਿਰੇ ਆਪਣੀ ਮਰਜ਼ੀ ਨਾਲ। ਇਦਾਂ ਤੇ ਨਹੀਂ ਹੈ। ਜਿਹੜਾ ਰੋਗੀ ਆ ਉਹਨੂੰ ਇੱਕ ਥਾਂ ਤੇ ਬੰਦ ਕਰਤਾ ਵੀ ਤੂੰ ਨਹੀਂ ਕਿਸੇ ਨਾਲ ਸੰਬੰਧ ਰੱਖ ਸਕਦਾ, ਨਾ ਕਿਸੇ ਨੂੰ ਮਿਲਣਾ, ਨਾ ਕਿਸੇ ਨਾਲ ਤੂੰ ਆਮੋ ਸਾਹਮਣੇ ਬਾਤਚੀਤ ਕਰ ਸਕਦਾ। ਵੀ ਜੇ ਤੂੰ ਗੱਲ ਵੀ ਕਰਨੀ ਨਾ ਕਿਸੇ ਨਾਲ, ਤੇ ਤੁਹਾਡੇ ਵਿੱਚ ਇੰਨਾ ਕੁ ਡਿਸਟੈਂਸ ਹੋਵੇ ਵੀ ਤੇਰੀ ਜਿਹੜੇ ਅੰਦਰ ਜਰਮਸ ਨੇ ਉਹਨਾਂ ਦੀ ਪਹੁੰਚ ਉਹਦੇ ਤੱਕ ਨਾ ਹੋਵੇ। ਇੱਕ ਬੰਦੇ ਨੂੰ ਰੋਗ ਲੱਗਾ, ਉਹਦਾ ਇਲਾਜ ਵੀ ਕੋਈ ਨਹੀਂ, ਤੇ ਡਾਕਟਰ ਕਹਿ ਦੇਣਗੇ ਵੀ ਇਹਨੂੰ ਮਾਰ ਦਿਓ ਭਾਈ, ਆਪਾਂ ਸਾਰਿਆਂ ਨੂੰ ਰੋਗੀ ਨਹੀਂ ਕਰ ਸਕਦੇ। ਉਹਨੂੰ ਹੋ ਸਕਦਾ ਗਵਰਨਮੈਂਟ ਵੀ ਇਹ ਜਿਹੜੀ ਹੈ ਕਹਿ ਦੇ ਵੀ ਮਾਰ ਦਿਓ ਭਾਈ, ਕਿਉਂਕਿ ਇਹਦੇ ਨਾਲ ਸਾਰਾ ਸਮਾਜ ਗੰਦਾ ਹੋ ਜਾਣਾ, ਸਾਰਾ ਸਮਾਜ ਰੋਗੀ ਹੋ ਜਾਣਾ, ਉਸ ਬੰਦੇ ਨੂੰ ਮਾਰ ਦੇਣਗੇ। ਤੇ ਜੇ ਸਾਡੇ ਅਰਦਾਸ ਕਰਨ ਦੇ ਵਿੱਚ ਸਮਾਜ ਦਾ ਨੁਕਸਾਨ ਤੇ ਇਕੱਲਾ ਸਾਡਾ ਹੀ ਭਲਾ ਹੈ, ਤੇ ਰੱਬ ਨੇ ਸਮਾਜ ਦਾ ਭਲਾ ਲੋਚਣਾ, ਸਾਡਾ ਕੱਲਿਆਂ ਦਾ ਨਹੀਂ। ਤੇ ਹੋ ਸਕਦਾ ਰੱਬ ਸਾਡੀ ਅਰਦਾਸ ਪੂਰੀ ਨਾ ਕਰੇ ਤੇ ਸਮਾਜ ਸਾਰੇ ਦਾ ਭਲਾ ਹੋ ਜਾਏ। ਇੱਕ ਨੂੰ ਤੋੜਨਾ, ਤੋੜ ਕੇ ਤੇ ਸਾਰਿਆਂ ਨੂੰ ਬਚਾਉਣਾ, ਆਹੀ ਜੇ ਸਰਬੱਤ ਦਾ ਭਲਾ। ਤੇ ਕੋਸ਼ਿਸ਼ ਸਾਡੀ ਇਹੋ ਹੋਵੇ ਕਿ ਅਸੀਂ ਜਦੋਂ ਵੀ ਕੋਈ ਅਰਦਾਸ ਕਰੀਏ ਤੇ ਸਰਬੱਤ ਦੇ ਭਲੇ ਦੀ ਕਰੀਏ, ਔਰ ਸਾਡੀ ਉਹ ਅਰਦਾਸ ਵਿੱਚ ਸਾਡਾ ਜਿੱਥੇ ਭਲਾ ਉੱਥੇ ਸਮਾਜ ਦਾ ਹੋਵੇ, ਤੇ ਕੋਸ਼ਿਸ਼ ਇਹ ਹੋਵੇ ਵੀ ਪਹਿਲੋਂ ਸਮਾਜ ਦਾ ਭਲਾ ਤੇ ਬਾਅਦ ਵਿੱਚ ਸਾਡਾ। ਤੇ ਫਿਰ ਕਦੇ ਵੀ ਅਰਦਾਸ ਸਾਡੀ ਜਿਹੜੀ ਉਹ ਅਧੂਰੀ ਨਹੀਂ ਰਹੇਗੀ, ਹਮੇਸ਼ਾ ਉਹ ਅਰਦਾਸ ਪ੍ਰਵਾਨੀ ਜਾਂਦੀ ਹੈ। ਸਤਿਗੁਰੂ ਕਿਤੇ ਰਹਿਮਤ ਕਰਨ, ਕਿਉਂਕਿ ਹੋਣਾ ਉਹੀ ਜੇ ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿੱਤ ਨਾ ਹੋਏ। ਕਿਉਂਕਿ ਸਤਿਗੁਰੂ ਬਾਣੀ 'ਚ ਕਹਿੰਦੇ ਨੇ, ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਪਰ ਹੁੰਦਾ ਕੀ ਹੈ, ਜੋ ਹਰੀ ਪਰਮਾਤਮਾ ਨੂੰ ਚੰਗਾ ਲੱਗਦਾ ਹੁੰਦਾ ਉਹੀ ਕੁਛ ਦੇ। ਖੈਰ ਸਤਿਗੁਰੂ ਰਹਿਮਤ ਕਰਨ, ਸਾਡੇ ਸਭਨਾਂ ਦੇ ਸਿਰਾਂ ਉੱਤੇ ਮਿਹਰ ਭਰਿਆ ਹੱਥ ਰੱਖਣ, ਕਿਤੇ ਇੰਨੀ ਕੁ ਸਮੱਤ ਸਤਿਗੁਰੂ ਪਾਤਸ਼ਾਹ ਬਖਸ਼ਣ ਵੀ ਸਾਨੂੰ ਵੀ ਅਕਾਲ ਪੁਰਖ ਦਾ ਵਰਤਾਇਆ ਹਰ ਇੱਕ ਹੁਕਮ, ਉਹਦਾ ਵਰਤਾਇਆ ਹਰ ਇੱਕ ਭਾਣਾ ਸਾਨੂੰ ਭਾ ਜਾਏ, ਤੇ ਅਸੀਂ ਵੀ ਆਪਣੇ ਜੀਵਨ ਸਫਲ ਕਰਕੇ ਜਾਈਏ। ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਉਪਦੇਸ਼ ਨੂੰ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਕਬੀਰ ਜੋ ਮੈਂ ਚਿਤਵਉ ਨਾ ਕਰੈ,
ਕਿਆ ਮੇਰੇ ਚਿਤਵੇ ਹੋਏ। ਆਪਣਾ ਚਿਤਵਿਆ ਹਰ ਕਰੈ, ਜੋ ਮੇਰੇ ਚਿਤ ਨਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਆਨੰਦ